साडे बच्चों दियां, साडे बाहर रहंदे NRIयां दियां, साडे देश दियां, तो जो अजकल दे इशू है सानू अफेक्ट करदे उन्हां दियां। So let's talk with Harjap. हाँ जी, सारिਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਟੂ ਦ ਸ਼ੋ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਮੰਡੇ ਆ ਤੇ ਅੱਜ ਆਪਣੇ ਸ਼ੋ ਸਟੂਡੀਓ ਤੋਂ ਨਹੀਂ ਕਰ ਰਹੇ, ਅੱਜ ਘਰੋਂ ਕਰ ਰਹੇ ਹਾਂ ਤੇ ਕੁਝ ਸਲਾਹਾਂ ਲੈ ਕੇ ਆਇਆ ਤੁਹਾਡੇ ਲਈ, ਕੁਝ ਇਨਫੋਰਮੇਸ਼ਨ ਲੈ ਕੇ ਆਇਆ ਜੋ ਸਿਚੁਏਸ਼ਨ ਅੱਜ ਵੇਲੇ ਚੱਲ ਰਹੀ ਹੈਗੀ ਆ ਕਰੋਨਾ ਵਾਇਰਸ ਦੀ। ਤੇ ਹਾਲਾਤ ਤਾਂ ਦਿਖਦੇ ਹੀ ਆ ਜੀ ਸਾਰਿਆਂ ਦੇ, ਸ਼ੇਵ ਸ਼ੂਵ ਕਰਨ ਦੇ ਵੀ ਨਹੀਂ ਟਾਈਮ ਲੋਕਾਂ ਕੋ। ਹੁਣ ਕਹਿੰਦੇ ਅਸੀਂ ਕਿਹੜਾ ਬਾਹਰ ਜਾਣਾ। ਤੇ ਸਿਚੁਏਸ਼ਨ ਅੱਜ 'ਚ ਇਹ ਆ ਜੀ, ਅੱਜ ਦੇ ਦਿਨ ਮੰਡੇ ਨੂੰ ਬੋਰਿਸ ਜੌਨਸਨ ਕੰਮ ਤੇ ਆ ਕੇ ਮੁੜ ਕੇ ਤੇ ਆਪਣਾ ਪ੍ਰੈਸ ਕਾਨਫਰੰਸ ਦਿੱਤਾ ਉਹਨਾਂ ਨੇ ਸਵੇਰੇ। ਤੇ ਹੁਣੇ ਹੀ ਜੋ ਗਵਰਨਮੈਂਟ ਦਾ ਪ੍ਰੈਸ ਕਾਨਫਰੰਸ ਚੱਲ ਰਿਹਾ ਉਹਦੇ ਵਿੱਚ ਵੀ ਕੁਛ ਡੋਮਿਨਿਕ ਰਾਬ ਨੇ ਵੀ ਜੋ ਚੀਜ਼ਾਂ ਦੱਸੀਆਂ, ਮੈਥਿਊ ਹੈਂਕੌਕ ਨੇ ਵੀ ਚੀਜ਼ਾਂ ਦੱਸੀਆਂ ਹੈਗੀਆਂ ਜੋ ਦੋਨੋਂ ਮਿਨਿਸਟਰ ਆ। ਉਹਨਾਂ ਨੇ ਇਹ ਦੱਸਿਆ ਜੀ ਕਿ ਫਿਲਹਾਲ ਲੋਕਡਾਊਨ ਜਾਰੀ ਰਹੇਗਾ। ਗਵਰਨਮੈਂਟ ਦੇਖ ਰਹੇ ਆ ਕੁਛ ਸਕੀਮਾਂ ਵੱਲ ਕਿ ਲੋਕਡਾਊਨ ਨੂੰ ਖੋਲ੍ਹਿਆ ਕਿੱਦਾਂ ਜਾਵੇ ਤੇ ਕਿਹੜੇ ਬਿਜ਼ਨਸਾਂ ਨੂੰ ਖੋਲ੍ਹਿਆ ਜਾਵੇ, ਕਿਹੜੇ ਹਾਲਾਤਾਂ ਦੇ ਵਿੱਚ, ਕਿਹੜੇ ਸ਼ਰਤਾਂ ਦੇ ਵਿੱਚ। ਕੁਛ ਮੁਲਕਾਂ ਨੇ ਹੌਲੀ ਹੌਲੀ ਆਪਣਾ ਲੋਕਡਾਊਨ ਖੋਲ੍ਹਣਾ ਸ਼ੁਰੂ ਕੀਤਾ ਪਰ ਸਿਸਟਮਸ ਇਨ ਪਲੇਸ ਰੱਖੀਆਂ ਤਾਂ ਕਿ ਲੋਕ ਇੱਕ ਦੂਜੇ ਨਾਲ ਕੰਟੈਕਟ ਵਿੱਚ ਨਾ ਆ ਸਕਣ। ਸੋ ਹਲੇ UK ਲੋਕਡਾਊਨ ਦੇ ਵਿੱਚ ਆ। ਲੱਗ ਰਿਹਾ ਫਿਗਰਾਂ ਤੋਂ ਕਿ ਥੋੜ੍ਹਾ ਜਿਹਾ ਥੰਮ ਰਿਹਾ, ਜੋ ਮੌਤਾਂ ਦੀ ਸਪੀਡ ਜਾਂ ਰਫਤਾਰ ਆ ਉਹ ਥੰਮ ਰਹੀ ਆ। ਅੱਜ ਤਾਂ 300 ਕੁਛ ਜੋ ਹੈਗੇ ਵਿਅਕਤੀ ਪੂਰੇ ਹੋਏ ਆ, 20,000 ਤੋਂ ਉੱਤੇ ਟੋਟਲ ਹੋ ਗਿਆ UK ਦਾ। ਤੇ ਗੌਰਮੈਂਟ ਹੁਣ ਇਸ ਵੇਲੇ ਸੋਚ ਰਹੀ ਹੈ ਜੀ ਕਿ ਐਨਾਲਾਈਜ਼ ਕਰ ਰਹੀ ਹੈ ਕਿ ਇਹ ਅੱਪ ਜਾਊਗੀ ਜਾਂ ਪੀਕ ਆ ਗਈ ਜਾਂ ਕੀ ਹੋ ਗਿਆ, ਜਾਂ ਨਾ ਕੋਈ ਡਿਸਟੈਂਸਿੰਗ ਕਰਕੇ ਫਰਕ ਪਿਆ ਜਾਂ ਨਹੀਂ। ਇਹ ਸਾਰਾ ਹੁਣ ਕਰ ਰਿਹਾ ਇਸ ਵੇਲੇ। ਲੋਕਾਂ ਨੂੰ ਨੁਕਸਾਨ ਬਹੁਤ ਹੋ ਰਿਹਾ ਫਾਈਨੈਂਸ਼ਲੀ, ਉਹ ਤਾਂ ਪਤਾ ਹੀ ਹੈ ਜੀ, ਸਾਰਿਆਂ ਨੂੰ ਫਾਈਨੈਂਸ਼ਲੀ ਨੁਕਸਾਨ ਹੋ ਰਿਹਾ। ਜਿੰਨਾ ਗੌਰਮੈਂਟ ਨੂੰ ਨੁਕਸਾਨ ਹੋਇਆ ਉਹਨਾਂ ਹੋਰ ਕਿਸੇ ਨੂੰ ਨਹੀਂ ਹੋਇਆ। ਤੇ ਜੋਬਾਂ ਵਗੈਰਾ ਜੋ ਇਹਨਾਂ ਦੀ ਜਾ ਰਹੀਆਂ ਹੈਗੀਆਂ, ਇਹਨਾਂ ਨੂੰ ਲੋਕਾਂ ਦੀ ਤਨਖਾਹਾਂ ਦੇਣੀਆਂ ਪੈਣੀਆਂ। ਉਹਦੇ ਵਿੱਚ ਸਿਲਸਿਲੇ ਵਿੱਚ ਇੱਕ ਵੀਡੀਓ ਸਾਡੇ ਵੀਰ ਨੇ ਭੇਜਿਆ, ਰਣਦੀਪ ਸਿੱਧੂ, ਇੱਕ ਅਕਾਊਂਟੈਂਟ ਹੈਗਾ ਸਾਡਾ ਇੱਥੇ ਸਾਊਥ ਹਾਲ ਦੇ ਏਰੀਆ ਦੇ ਵਿੱਚ। ਤੇ ਹੁਣ ਪੰਜਾਬੀ 'ਚ ਵੀਡੀਓ ਬਣਾਈ ਹੈ ਜੀ ਤੁਹਾਨੂੰ ਦੱਸਣ ਲਈ ਸ਼ੋਅ 'ਤੇ ਕਿ ਜੀ ਕਿ ਇਸ ਸਕੀਮ ਦਾ ਮਤਲਬ ਕੀ ਆ, ਤੁਹਾਨੂੰ ਤਨਖਾਹ ਮਿਲੂਗੀ ਜਾਂ ਨਹੀਂ, ਜੇ ਤੁਸੀਂ ਰਜਿਸਟਰਡ ਹੈਗੇ ਐਮਪਲੋਇਰ ਦੇ ਨਾਲ। ਫਰਲੋ ਦਾ ਮਤਲਬ ਕੀ ਹੁੰਦਾ ਕਿ ਜੀ ਜੋ ਸਕੀਮ ਇਹਨਾਂ ਨੇ ਕੱਢੀ ਆ ਤੇ ਤੁਹਾਡੇ ਐਮਪਲੋਇਰ ਨੂੰ ਕਿੰਨੇ ਪੇ ਤੁਹਾਨੂੰ ਦੇਣੀ ਚਾਹੀਦੀ ਹੈ ਨਹੀਂ। ਸਭ ਪਹਿਲਾਂ ਤਾਂ ਬਹੁਤ ਧੰਨਵਾਦ ਉਹਦਾ, ਕਿਉਂਕਿ ਮੈਂ ਉਹਨੂੰ 2 ਦਿਨ ਪਹਿਲਾਂ ਹੀ ਮੈਸੇਜ ਕੀਤਾ ਤਾਂ 2 ਦਿਨਾਂ 'ਚ ਉਹਨੂੰ ਬਣਾ ਕੇ ਭੇਜ ਦਿੱਤੀ। ਦੂਜੀ ਵੀਡੀਓ ਜੋ ਦੇਖੋਗੇ ਉਹ ਮਨਜੀਤ ਸਿੰਘ ਹੈ ਜੀ, ਮਨਜੀਤ ਸਿੰਘ ਡੋਲ, ਜੋ ਸਾਡੇ ਸਵਿੰਡਨ ਵਿੱਚ ਹੈਗੇ ਆ ਤੇ ਉਹ ਇੱਕ ਫਿਟਨੈਸ ਇੰਸਟਰਕਟਰ ਹੈਗੇ। ਉਹ ਤੁਹਾਨੂੰ ਦੱਸੂਗੇ ਕਿ ਸਿਹਤ ਦਾ ਖਿਆਲ ਕਿੱਦਾਂ ਰੱਖਣਾ, ਤੁਸੀਂ ਬੋਡੀ ਫਿਟ ਕਿੱਦਾਂ ਰੱਖਣੀ, ਖੁਰਾਕਾਂ ਕਿਹੜੀਆਂ ਸਹੀ ਖਾਣੀਆਂ ਲੋਕਡਾਊਨ ਦੇ ਵਿੱਚ। ਕਿਉਂਕਿ ਲੋਕਡਾਊਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਿਹਤ ਦਾ ਖਿਆਲ ਤਾਂ ਘੱਟ ਹੀ ਰੱਖ ਹੁੰਦਾ, ਖਾਣ ਪੀਣ ਦਾ ਦਾਬਾ ਜ਼ਿਆਦਾ ਦੇ ਹੁੰਦਾ, ਲਾਲਚ ਹੋ ਜਾਂਦਾ ਤੇ ਫਿਰ ਭਾਰ ਵੱਧਦਾ ਆਵਾਗਾਉਣ, ਉਹਦੇ ਨਾਲ ਬਿਮਾਰੀਆਂ ਵੱਧਦੀਆਂ। ਸੋ ਉਹ ਆਪਣਾ ਤੁਹਾਨੂੰ ਦੱਸੂਗੇ ਟਿਪਸ ਕਿ ਜੀ ਤੁਸੀਂ ਐਕਸਰਸਾਈਜ਼ ਕੀ ਕਰ ਸਕਦੇ ਹੋ, ਖਾਣਾ ਕਿੱਦਾਂ ਸਹੀ ਰੱਖ ਸਕਦੇ ਹੋ, ਕਿੱਦਾਂ ਨਹੀਂ। ਤਾਂ ਅਖੀਰ 'ਚ ਜੀ ਜੋ ਕਲਿੱਪ ਹੈਗੀ ਸਾਡੀ ਜੋ ਨਰਸ ਬੈਡਫੋਰਡ ਵਿੱਚ ਕੰਮ ਕਰ ਰਹੀ ਹੈ, ਨੀਸ਼ਾ, ਜੋ ਕਿ ਬੈਡਫੋਰਡ ਦੇ ਹਸਪਤਾਲ 'ਚ ਕੰਮ ਕਰਦੀ ਆ, ਨੀਸ਼ਾ ਅਗਨੀਹੋਤਰੀ, ਉਹ ਤੁਹਾਨੂੰ ਟਿਪਸ ਦੋਗੇ ਕਿ ਅੱਜ ਕੱਲ੍ਹ ਕੀ ਸਿਚੁਏਸ਼ਨ ਹੈ ਵਿਦ ਦ ਕਰੋਨਾ ਵਾਇਰਸ ਐਂਡ ਐਗਜ਼ੈਕਟਲੀ ਆਪਣਾ ਸਿਹਤ ਦਾ ਖਿਆਲ ਕਿੱਦਾਂ ਰੱਖਣਾ, ਹੱਥ ਕਿੱਦਾਂ ਧੋਣੇ ਆ ਦੁਬਾਰਾ, ਤੇ ਘਰ 'ਚ ਕਿੱਦਾਂ ਸਫਾਈ ਰੱਖਣੀ ਆ, ਤਾਂ ਹਸਪਤਾਲਾਂ ਵਿੱਚ ਕੀ ਹੋ ਰਿਹਾ ਇਸ ਵੇਲੇ। ਏਸ਼ੀਅਨ ਕਮਿਊਨਿਟੀ ਦੇ ਵਿੱਚ ਕਾਫੀ ਮੌਤਾਂ ਹੋ ਚੁੱਕੀਆਂ ਜੀ, ਬਹੁਤ ਲੋਕ ਪੂਰੇ ਹੋ ਚੁੱਕੇ ਔਰ ਉਹਨਾਂ ਦੇ ਡਿਟੇਲਸ ਹੁਣ ਆ ਰਹੇ ਆ। ਬੈਡਫੋਰਡ ਦੇ ਗੁਰੂ ਘਰ ਦੇ ਪ੍ਰਧਾਨ ਵੀ ਪੂਰੇ ਹੋ ਚੁੱਕੇ ਜੀ, ਉਹਨਾਂ ਦੇ ਪਰਿਵਾਰ ਨੂੰ ਮੇਰੇ ਵੱਲੋਂ ਵੀ ਜੀ ਬਹੁਤ ਅਫਸੋਸ ਤੇ ਦੁੱਖ ਭਰੀ ਘੜੀ ਦੇ ਵਿੱਚ। ਦੇਖੋ ਕਿਸਮਤ ਹੀ ਏਦਾਂ ਚੀਜ਼ ਹੀ ਏਦਾਂ, ਨਾ ਬੰਦਾ ਜਾ ਕੇ ਅਫਸੋਸ ਕਰਨ ਵਾਲਾ, ਨਾ ਬੰਦਾ ਦਾਗਾਂ ਤੇ ਜਾਣ ਵਾਲਾ, ਨਾ ਬੰਦਾ ਅਖੀਰਲੇ ਦਰਸ਼ਨ ਕਰਨ ਵਾਲਾ, ਤੇ ਸਿਚੁਏਸ਼ਨ ਹੀ ਏਦਾਂ ਆ। ਸੋ ਇਟ ਮੋਰ ਇੰਪੋਰਟੈਂਟ ਕਿ ਆਪਣੀ ਤੁਸੀਂ ਸਿਹਤ ਦਾ ਖਿਆਲ ਰੱਖੋ, ਸਿਹਤਾਂ ਦਾ ਤੁਸੀਂ ਆਪਣਾ ਖਿਆਲ ਰੱਖੋ ਤੇ ਤੁਸੀਂ ਟੇਕ ਕੇਅਰ ਕਰੋ ਆਪਣੀ ਜੋ ਸਿਹਤ ਦਾ ਹੈਗਾ। ਬਾਕੀ ਜੋ ਲੋਕ ਇੰਡੀਆ ਫਸੇ ਹੋਏ ਆ ਇਸ ਵੇਲੇ ਤੇ ਵਾਪਸ ਆ ਰਹੇ, ਕਾਫੀ ਫਲਾਈਟਾਂ ਇਸ ਵੀਕ ਆ ਰਹੀਆਂ।
8 ਫਲਾਈਟਾਂ ਇਹਨਾਂ ਨੇ ਕੀਤੀਆਂ ਇਸ ਵੀਕ ਤੁਹਾਨੂੰ ਵਾਪਸ ਲਿਆਉਣ ਲਈ, ਪਰ ਹਜੇ ਵੀ ਕੁਝ ਲੋਕ ਨੂੰ ਈਮੇਲਾਂ ਨਹੀਂ ਆਈਆਂ, ਕੁਝ ਸਿਚੁਏਸ਼ਨ ਨਹੀਂ ਆਈ। ਸਾਨੂੰ ਯਕੀਨ ਦਿਲਾਇਆ ਗਿਆ ਫੋਰਨ ਆਫਿਸ ਵੱਲੋਂ ਕਿ ਉਹ ਪੂਰੀ ਕੋਸ਼ਿਸ਼ ਕਰ ਰਿਹਾ ਜੀ। ਕਹਿੰਦੇ ਹਰਜਾਬ 225 ਮੁਲਕਾਂ ਤੋਂ ਬੰਦੇ ਅਸੀਂ ਲਿਆਉਣੇ ਮੁੜ ਕੇ। ਸੋ ਲੋਕ ਪੁੱਛਦੇ ਨਾ 75 ਮਿਲੀਅਨ ਪਾਉਂਡ ਕਿੱਥੇ ਗਿਆ, ਉਹ ਜੀ ਇੱਥੇ ਗਿਆ। ਤਾਂ ਹਰ ਜੋ ਹੁੰਦਾ ਉਹਦੀ ਰੂਟ ਲੈਣੀ ਪੈਂਦੀ ਆ, ਜਹਾਜ਼ ਚਾਰਟਰ ਕਰਨਾ ਪੈਂਦਾ, ਜਹਾਜ਼ ਵੀ ਇਹਨਾਂ ਨੂੰ ਪਤਾ ਕਿ ਫਸੇ ਉਹ ਵੀ ਐਕਸਟਰਾ ਚਾਰਜ ਕਰਦੇ ਆ। ਸੋ ਓਬਵੀਅਸਲੀ ਟਿਕਟਾਂ ਦੇ ਤਾਂ ਪੈਸੇ ਉਹਨਾਂ ਨੇ ਲੈਣੇ ਹੀ ਆ ਜਿੰਨੇ ਹੈਗੇ ਆ ਨੈਸ਼ਨਲਾਂ ਤੋਂ। ਸੋ ਇਹ ਕੋਸ਼ਿਸ਼ ਕਰ ਰਿਹਾ ਜੀ ਕਿ ਤੁਹਾਨੂੰ ਲਿਆਉਣ ਨੂੰ। ਇਫ ਯੂ ਔਨ ਦ ਵੇਟ ਲਿਸਟ ਦੇ ਵਿਲ ਗੈਟ ਰਾਉਂਡ ਯੂ, ਸੋ they will get round to you. So hold in there. I know it's not great news. और process ਵਿੱਚ ਦੇਖੋ ਹਰ process ਵਿੱਚ up down ਹੋ ਰਿਹਾ। ਇਹ ਉਹ ਚੀਜ਼ ਕਰ ਰਹੇ ਜੋ ਇਹਨਾਂ ਨੂੰ ਕਦੇ ਕੀਤੀ ਨਹੀਂ, ਇਹਨਾਂ ਨੇ ਕਦੇ ਸੋਚਿਆ ਵੀ ਨਹੀਂ ਕਿ ਇਹਨਾਂ ਨੂੰ ਕਰਨੀ ਪਊ। ਸੋ ਉਹਦੇ ਵਿੱਚ up down ਤਾਂ ਹੋਣਾ ਹੀ ਆ, ਪਰ ਇਸ ਵੇਲੇ ਜਿੱਦਾਂ ਮੈਂ ਅੱਗੇ ਵੀ ਕਿਹਾ ਕ੍ਰਿਟਿਸਾਈਜ਼ ਕਰਨ ਦਾ ਕੋਈ ਫਾਇਦਾ ਨਹੀਂ ਜੀ। ਇਸ ਵੇਲੇ ਤਾਂ ਇਹ ਆ ਕਿ ਸੁਖੀ ਸੰਦੀ ਸਾਰੇ ਆ ਜਾਣ, ਤਾਂ ਫਿਰ ਆਏ ਤੇ ਫਿਰ ਜਦੋਂ ਸਾਰਾ ਕੰਮ ਹੋ ਜਾਊਗਾ ਫਿਰ ਦੇਖਾਂਗੇ ਜੀ ਕਿ ਕਿੱਥੇ ਇਹਨਾਂ ਦੀ ਕਮੀਆਂ ਰਹੀਆਂ, ਕਿੱਥੇ ਇਹਨਾਂ ਦੀ ਵਧੀਆ ਚੀਜ਼ਾਂ ਰਹੀਆਂ, ਤੇ ਉਹ ਚੀਜ਼ ਦੇ ਹਿਸਾਬ ਨਾਲ ਅਗਲੀ ਵਾਰੀ ਕਰਨਾ ਪਊ ਇਹਨਾਂ ਨੂੰ। ਤਾਂ then they can learn from it. You have to wait till the job's done and then you can criticize it. If someone's halfway doing it and you start criticizing it, they're just going to think, well, why are we doing this for? So they're trying to get round to all of you. I understand those of you that haven't got round to. It's not their fault and it's not your fault. Yeah, they're just trying to help you, and you're the ones that are asking to be helped. So, in this situation, and there's no one else who can help you. So that's the reality of it. So, and they have helped people get back. लोग आ चुके हैं, काफी लोग आ चुके हैं, 7-8 हज़ार लोग आ चुका मुड़ के इंडिया तो। पर हजे भी ये लगे हुआ जी कि सारे आ जान ते जिन्नियां फ्लाइटां लाउंदे है। So stay in there, keep waiting। ਜਿੱਦਾਂ ਮੈਂ ਪ੍ਰੋਸੀਜਰ ਦੱਸਿਆ ਕਿ ਤੁਹਾਨੂੰ ਇੱਕ ਦਿਨ ਪਹਿਲਾਂ ਈਮੇਲ ਆਉਂਦੀ ਆ ਕਿ ਜੀ ਤੁਹਾਡੀ ਫਲਾਈਟ ਕੱਲ੍ਹ ਨੂੰ ਆ। ਉਹਦੇ ਵਿੱਚ ਤੁਸੀਂ ਆਪਣਾ ਟੈਚੀ ਟੂਚੀ ਬਣ ਕੇ ਤਿਆਰ ਰੱਖੋ। ਫਿਰ ਤੁਹਾਡੀ ਪੇਮੈਂਟ ਹੋਣੀ ਆ ਔਨਲਾਈਨ। ਪੇਮੈਂਟ ਹੋ ਗਈ, ਫਿਰ ਤੁਹਾਡੇ ਜਿਹੜਾ ਪਿਕਅਪ ਡਰਾਈਵਰ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਣੀ ਆ। ਉਹਨੂੰ ਦੱਸਣਾ ਜੀ, ਉਹਨੂੰ ਤੁਸੀਂ ਦੱਸਣਾ ਇੱਥੋਂ ਚੱਕ ਲਈ ਜਾਂ ਦੱਸੂਗਾ ਇਸ ਪੁਆਇੰਟ 'ਤੇ ਪਹੁੰਚ ਜਾਓ। ਫਿਰ ਉਹ ਤੁਹਾਨੂੰ ਏਅਰਪੋਰਟ 'ਤੇ ਲਿਜਾਏਗਾ, ਚੈੱਕ ਇਨ ਹੋਏਗੀ ਤਾਂ ਤੁਹਾਨੂੰ ਇੱਥੇ ਲਿਆਇਆ ਜਾਏਗਾ। ਸੋ ਉਸ ਹਿਸਾਬ ਨਾਲ ਪਲੀਜ਼ ਤੁਸੀਂ ਜੋ ਹੈਗਾ ਆ ਪੇਸ਼ੈਂਸ ਰੱਖਣਾ। ਤੇ ਜਿੱਦਾਂ ਦੇ ਵੀ ਹੈਗੇ ਆ ਜੀ ਹਾਲਾਤ ਇਸ ਵੇਲੇ ਇੱਦਾਂ ਦੇ ਹੀ ਆ ਜੀ। ਹੁਣ ਇਹਨਾਂ ਸਮਝੋ ਕਿ ਤੁਹਾਨੂੰ ਫਸਟ ਕਲਾਸ ਸਰਵਿਸ ਮਿਲਣੀ ਆ, ਹਾਂ, ਤੇ ਤੁਹਾਨੂੰ ਚਾਹਾਂ ਨਹੀਂ ਪਿਲਾਈਆਂ ਉਹਨਾਂ ਨੇ। ਇਹ ਵਕਤ ਚਾਹਾਂ ਪੀਣ ਦਾ ਨਹੀਂ, ਬਿਸਕੀਆਂ ਪੀਣ ਦਾ ਨਹੀਂ ਜਹਾਜ਼ ਤੇ। ਤਾਂ ਸ਼ੁਕਰ ਕਰੋ ਕਿ ਤੁਹਾਨੂੰ ਲੈ ਆਏ ਖਿੱਚ ਤੂ ਕੇ, considering no other flights are running. So that's the situation there. ਬਾਕੀ ਜਿਹਨਾਂ ਲੋਕਾਂ ਦੇ ਵੀਜ਼ਾ ਖਤਮ ਹੋ ਰਹੇ ਆ ਉਹ ਜੀ 31 ਮਈ ਤੱਕ ਤਾਂ ਐਕਸਟੈਂਸ਼ਨ ਲਈ ਅਪਲਾਈ ਕਰ ਸਕਦੇ ਹੀ ਆ, ਔਰ ਅਸੀਂ ਕਰ ਰਹੇ ਹਾਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਵੀਜ਼ੇ ਰਿਨਿਊ ਕਰਨ ਵਾਲੇ ਆ ਉਹ ਜੀ ਐਜ਼ ਨੋਰਮਲ ਅਪਲਾਈ ਕਰਨੇ ਆ। ਸੋ ਉਹ ਅਪਲਾਈ ਕਰ ਰਹੇ ਆ। ਦਫ਼ਤਰ ਖੁੱਲ੍ਹਾ ਆ ਜੀ, ਤੇ ਸਟਾਫ ਲਿਮਿਟਿਡ ਆਉਂਦਾ ਆ ਦਫ਼ਤਰ, ਬਰਮਿੰਗਹਾਮ ਵਾਲਾ ਵੀ, ਸਾਊਥ ਹਾਲ ਵਾਲਾ ਵੀ। ਸੋ ਉਹਦੇ 'ਚ ਤੁਸੀਂ ਐਜ਼ ਲੌਂਗ ਐਜ਼ ਤੁਸੀਂ ਸੋਸ਼ਲ ਡਿਸਟੈਂਸਿੰਗ ਠੀਕ ਰੱਖਦੇ ਆ, ਯੂ ਕੈਨ ਡਰੌਪ ਯੂਰ ਕਾਗਜ਼ ਆਫ ਦੇਅਰ। ਉੱਥੋਂ ਅਸੀਂ ਅਪਲਾਈ ਕਰ ਦਈਦਾ, ਤੇ ਵੀਜ਼ੇ ਵੀ ਆ ਰਹੇ ਆ। ਹਾਂ, BRP ਆਉਣ ਨੂੰ ਥੋੜ੍ਹਾ ਟਾਈਮ ਲੱਗ ਰਿਹਾ ਕਿਉਂਕਿ ਡਿਲੀਵਰੀਆਂ ਉਸ ਹਿਸਾਬ ਨਾਲ ਹੁਣ ਨਹੀਂ ਹੁੰਦੀਆਂ। ਸੋ some things are taking time, but make sure you get your applications in. ਸੋ ਇਹ ਚੀਜ਼ ਲਾਜ਼ਮੀ ਹੈਗੀ ਆ। ਚਲੋ ਤੁਸੀਂ ਦੇਖੋ ਵੀਡੀਓਜ਼ ਜੋ ਬਣਾਈਆਂ ਤੁਹਾਡੇ ਲਈ, ਤੇ ਮੈਂ ਤੁਹਾਨੂੰ ਮਿਲਦਾ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਰਣਦੀਪ ਸਿੰਘ ਸਿੱਧੂ ਆ ਤੇ ਮੈਂ ਪੰਜਾਬ ਦੇ ਰਿਕੁਐਸਟ ਤੇ ਤੁਹਾਡੇ ਨਾਲ ਅੱਜ ਜਿਹੜੀਆਂ ਕੋਰੋਨਾ ਵਾਇਰਸ ਕਰਕੇ ਗਵਰਨਮੈਂਟ ਸਕੀਮਾਂ ਅਨਾਉਂਸ ਕੀਤੀਆਂ ਸੀ ਪਿਛਲੇ ਮਹੀਨੇ, ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾਵਾਂਗੇ। ਜਿਵੇਂ ਤੁਹਾਨੂੰ ਪਤਾ ਹੈ ਆਪਣੀ ਇਕਨੋਮੀ ਤੇ ਬਹੁਤ ਵੱਡਾ ਅਸਰ ਪਿਆ ਹੈ ਤੇ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਇੰਪੈਕਟ ਤੇ ਇਫੈਕਟ ਪਿਆ ਹੈ ਆਪਣੀ ਇਕਨੋਮੀ ਤੇ ਉਹਨੂੰ ਥੋੜਾ ਜਿਹੀ ਰਿਲੀਫ ਦਿੱਤੀ ਜਾਵੇ, ਤੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਸਕੀਮਾਂ ਅਨਾਉਂਸ ਕੀਤੀਆਂ। ਜਿਹੜੀ ਸਭ ਨਾਲ ਵੱਡੀ ਸਕੀਮ ਗਵਰਨਮੈਂਟ ਨੇ ਅਨਾਉਂਸ ਕੀਤੀ ਹੈ ਉਹ ਹੈਗੀ ਹੈ ਜੌਬ ਰਿਟੈਂਸ਼ਨ ਸਕੀਮ, ਜਿਹਨੂੰ ਜ਼ਿਆਦਾ ਫਰਲੋ ਨਾਂ ਤੇ ਵੀ ਕਿਹਾ ਜਾਂਦਾ ਹੈ। ਇਹ ਸਕੀਮ ਉਹਨਾਂ ਇੰਪਲੋਈ ਲਈ ਆ ਜਿਹੜੇ ਆਪਦੇ ਇੰਪਲੋਈ ਨਾਲ ਐਗਰੀਮੈਂਟ ਕਰਦੇ ਆ, ਲੀਗਲ ਐਗਰੀਮੈਂਟ, ਕਿ ਇੰਪਲੋਈ ਨੂੰ ਛੁੱਟੀਆਂ ਮਿਲ ਜਾਣ, ਜਿਸ ਦੇ ਵਿੱਚ ਇੰਪਲੋਈ ਕੰਮ ਤੇ ਨਹੀਂ ਆ ਸਕਦਾ,
ਉਹ ਕੋਈ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਸਕਦਾ ਇੰਪਲੋਇਰ ਲਈ, ਪਰ ਉਹਨੂੰ ਪੇ ਮਿਲੂਗੀ। ਇਸ ਸਕੀਮ ਥੱਲੇ ਗਵਰਨਮੈਂਟ ਕਹਿੰਦੀ ਹੈ ਕਿ ਆਪਾਂ ਤੁਹਾਨੂੰ 80% ਉਹ ਇੰਪਲੋਈ ਜੇ ਤੁਸੀਂ ਫਰਲੋ ਕਰਦੇ ਹੋ ਉਹਨਾਂ ਦੇ ਆਪਾਂ 80% ਉਹਨਾਂ ਦੀ ਮੰਥਲੀ ਪੇ ਆਪਾਂ ਆਪ ਦੇਵਾਂਗੇ, ਤੇ ਜੇ 20% ਰਹਿ ਜਾਂਦੇ ਆ ਉਹ ਇੰਪਲੋਇਰ ਦੀ ਚੋਇਸ ਹੈ ਕਿ ਉਹ ਦੇਣਾ ਚਾਹੁੰਦੇ ਆ ਜਾਂ ਨਹੀਂ ਦੇਣਾ ਚਾਹੁੰਦੇ। ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹਾਂ। ਮੈਂ ਇੱਕ ਫੈਕਟਰੀ ਵਿੱਚ ਕੰਮ ਕਰਦਾ ਹਾਂ ਜਿੱਥੇ ਅਸੀਂ ਫੂਡ ਪੈਕ ਕਰਦੇ ਹਾਂ। ਹੁਣ ਕਰੋਨਾ ਵਾਇਰਸ ਕਰਕੇ ਸਾਡੇ ਕੰਮ ਘਟ ਗਿਆ ਆ ਤੇ ਸਾਡੇ ਇੰਪਲੋਇਰ ਨੂੰ ਕੈਸ਼ ਦੀ ਇਸ਼ੂ ਆ, ਕਿਉਂਕਿ ਹੁਣ ਆਰਡਰ ਨਹੀਂ ਆ ਰਹੇ ਅੰਦਰ, ਸੋ ਓਬਵੀਅਸਲੀ ਕੈਸ਼ ਨਹੀਂ ਬਿਜ਼ਨਸ ਜਨਰੇਟ ਕਰਦੀ। ਸੋ ਸਾਰਾ ਇੰਪਲੋਇਰ ਸਾਡੇ ਨਾਲ ਅਗਰੀ ਕਰਦਾ ਕਿ ਤੁਸੀਂ ਫਰਲੋ ਤੇ ਸਕੀਮ ਥੱਲੇ ਆ ਜਾਓ ਤੇ ਗਵਰਨਮੈਂਟ ਤੁਹਾਡੀ 80% ਤੁਹਾਡੀ ਤਨਖਾਹ ਪੇ ਕਰੂਗੀ। ਹੁਣ ਜੋ ਮੇਰੀ ਤਨਖਾਹ 1000 ਪਾਉਂਡ ਮਹੀਨੇ ਦੀ ਆ, ਗਵਰਨਮੈਂਟ 800 ਪਾਉਂਡ ਦੇਊਗੀ ਤੇ ਜਿਹੜੇ ਦੂਜੇ 200 ਪਾਉਂਡ ਉਹ ਮੇਰੇ ਇੰਪਲੋਇਰ ਤੇ ਆ ਕਿ ਜੇ ਉਹ ਦੇਣਾ ਚਾਹਵੇ ਮੈਨੂੰ ਜਾਂ ਨਹੀਂ। ਇਸ ਸਕੀਮ ਦੇ ਦੋ ਬੈਨੀਫਿਟ ਆ। ਇੰਪਲੋਇਰ ਨੂੰ ਬੈਨੀਫਿਟ ਇਹ ਆ ਕਿ ਗਵਰਨਮੈਂਟ ਵੇਜਸ ਪੇ ਕਰਦੀ ਆ ਨਾ। ਹੁਣ ਵੇਜਸ ਇੱਕ ਬਿਜ਼ਨਸ, ਇੱਕ ਕੰਪਨੀ ਦੀ ਸਾਰਿਆਂ ਨਾਲੋਂ ਵੱਡੀ ਕਾਸਟ ਹੁੰਦੀ ਹੈ। ਸੋ ਇਸ ਤਰ੍ਹਾਂ ਜਿਹੜੀ ਫਾਈਨੈਂਸ਼ੀਅਲ ਡਿਫਿਕਲਟੀ ਬਿਜ਼ਨਸ ਜਾਂ ਇੰਪਲੋਇਰ ਫੇਸ ਕਰਦੇ ਹੁਣ ਉਹ ਕੱਟੀ ਜਾਂਦੀ ਹੈ ਤੇ ਇੰਪਲੋਈ ਨੂੰ ਵੀ ਬੈਨੀਫਿਟ ਹੁੰਦਾ ਆ। ਹੁਣ ਇਸ ਸਕੀਮ ਥੱਲੇ ਮੈਂ ਹਜੇ ਵੀ ਇੰਪਲੋਈ ਹਜੇ ਵੀ ਆਪਣੇ ਇੰਪਲੋਇਰ ਨਾਲ ਦੇ ਪੈਰੋਲ ਤੇ ਆ, ਉਹ ਹਜੇ ਵੀ ਇੰਪਲੋਇਡ ਆ। ਸੋ ਜੌਬ ਸਿਕਿਉਰਿਟੀ ਹੈਗੀ ਇੰਪਲੋਈ ਦੀ ਇਸ ਸਕੀਮ ਥੱਲੇ। ਇਹ ਸਕੀਮ 3 ਮਹੀਨਿਆਂ ਦੀ ਸੀ, ਮਾਰਚ, ਅਪ੍ਰੈਲ ਤੇ ਮਈ, ਤੇ ਪਿਛੇ 2 ਵੀਕਾਂ ਵਿੱਚ ਗਵਰਨਮੈਂਟ ਨੇ ਇਹਨੂੰ ਐਕਸਟੈਂਡ ਜੂਨ ਵਿੱਚ ਕਰਤੀ ਹੈ। ਇਸ ਲਈ ਇੰਪਲੋਇਰ ਨੂੰ ਕਲੇਮ ਆਪ ਕਰਨਾ ਪੈਣਾ ਹੈ, ਇਹ ਆਟੋਮੈਟਿਕ ਨਹੀਂ ਹੈ। ਇਹ ਸਕੀਮ ਇਸ ਸਕੀਮ ਥੱਲੇ ਕਲੇਮ ਕਰਨਾ ਰਿਸਪੌਂਸਿਬਿਲਿਟੀ ਇੰਪਲੋਇਰ ਦੀ ਹੈ ਤੇ ਉਹ gov.uk ਵੈਬਸਾਈਟ ਤੇ ਕਰ ਸਕਦੇ ਆ। ਜਿਹੜੀ ਇਨਫੋਰਮੇਸ਼ਨ ਉਹਨਾਂ ਦੀ ਲੋੜ ਪਊਗੀ ਕਲੇਮ ਕਰਨ ਨੂੰ ਉਹੀ ਸੇਮ ਇਨਫੋਰਮੇਸ਼ਨ ਹੋਊਗੀ ਜਿਹੜੀ ਉਹ ਪੇਰੋਲ HMRC ਨੂੰ ਇਨਫੋਰਮੇਸ਼ਨ ਦਿੰਦੇ ਆ ਪੇਰੋਲ ਦੀ। ਇਸ ਸਕੀਮ ਦੇ 2 ਬਹੁਤ ਹੀ ਇੰਪੋਰਟੈਂਟ ਲੀਗਲ ਪੁਆਇੰਟਸ ਆ। ਪਹਿਲਾ ਹੈ ਕਿ ਜਿਹੜਾ ਇੰਪਲੋਇਰ ਆ ਉਹਨੂੰ ਇੰਪਲੋਇਮੈਂਟ ਲਾਅ ਐਡਵਾਈਸ ਲੈਣੀ ਚਾਹੀਦੀ ਆ ਜੋ ਉਹ ਆਪਣੇ ਇੰਪਲੋਈਜ਼ ਇਹ ਸਕੀਮ ਥੱਲੇ ਫਰਲੋ ਕਰਨਾ ਚਾਹੁੰਦੇ ਆ, ਕਿਉਂਕਿ ਜਿਹੜਾ ਐਗਰੀਮੈਂਟ ਇੰਪਲੋਇਰ ਤੇ ਇੰਪਲੋਈ ਦੇ ਵਿੱਚ ਹੁੰਦਾ ਹੈ ਉਹ ਲੀਗਲ ਹੁੰਦਾ ਹੈ। ਸੋ ਬਹੁਤ ਹੀ ਇੰਪੋਰਟੈਂਟ ਆ ਕਿ ਉਹ ਇਹ ਸਹੀ ਢੰਗ ਨਾਲ ਇੰਪਲੀਮੈਂਟ ਕਰਨ। ਦੂਜੀ ਪੁਆਇੰਟ ਹੈ ਜਿਹੜਾ ਇੰਪਲੋਈ ਹੁਣ ਫਰਲੋ ਕੀਤਾ ਜਾਂਦਾ ਆ, ਬਹੁਤ ਹੀ ਇੰਪੋਰਟੈਂਟ ਹੈ ਕਿ ਉਹ ਕੰਮ ਤੇ ਨਾ ਜਾਵੇ, ਪਰ ਉਹਨੂੰ ਕੋਈ ਹੋਰ ਪਾਬੰਦੀ ਨਹੀਂ ਲੀਗਲੀ ਜਿਸ ਤੇ ਉਹ ਕਿਤਨੇ ਕੰਮ ਜਾ ਕੇ ਕੰਮ ਕਰ ਸਕਦਾ ਆ। ਮੈਂ ਤੁਹਾਨੂੰ ਐਗਜ਼ਾਮਪਲ ਜਿਹੜਾ ਦਿੱਤਾ ਸੀ ਪਹਿਲਾਂ ਫੈਕਟਰੀ ਦਾ, ਹੁਣ ਮੈਨੂੰ ਫਰਲੋ ਕੀਤਾ ਗਿਆ ਆ ਤੇ ਕਿਉਂਕਿ ਮੇਰੀ ਜਿਹੜੀ ਫੈਕਟਰੀ 'ਚ ਮੈਂ ਕੰਮ ਕਰਦਾ ਆ ਉੱਥੇ ਕੰਮ ਹੈ ਨਹੀਂ, ਮੈਂ ਉਹੀ ਫੈਕਟਰੀ ਵਿੱਚ ਜਾ ਕੇ ਕੰਮ ਨਹੀਂ ਕਰ ਸਕਦਾ, ਪਰ ਮੈਂ ਹੋਰ ਕਿਤੇ ਕੰਮ ਲੱਭ ਸਕਦਾ ਆ। ਫॉर एग्जांपल ਮੈਂ ਕੋਈ ਸੁਪਰਮਾਰਕੀਟ ਜਾ ਕੇ ਲੱਗ ਜਾਂ ਟੈਂਪਰੇਰੀਲੀ। ਹਾਂ, ਇਹ ਇੰਪੋਰਟੈਂਟ ਹੈ ਕਿ ਮੇਰੇ ਤੇ ਮੇਰੇ ਇੰਪਲੋਇਰ ਵਿੱਚ ਇਹ ਐਗਰੀਮੈਂਟ ਹੋਵੇ ਕਿ ਮੈਂ ਹੋਰ ਕਿਤੇ ਕੰਮ ਕਰ ਸਕਦਾ ਜਿੰਨੇ ਚਿਰ ਮੈਂ ਫਰਲੋ ਤੇ ਆ। ਇਹ ਦੂਜੀ ਸਕੀਮ ਗਵਰਨਮੈਂਟ ਅਨਾਉਂਸ ਕੀਤੀ ਸੀ, ਉਹ ਸੀ ਆਪਣੇ ਸੈਲਫ ਇੰਪਲੋਇਡ ਲਈ ਜਿਨ੍ਹਾਂ ਦੀ ਐਨੂਅਲ ਪ੍ਰੋਫਿਟਸ 50,000 ਪਾਉਂਡ ਜਾਂ ਘੱਟ ਹੋਣ ਤੇ ਜਿਨ੍ਹਾਂ ਨੇ ਪਿਛਲੇ 3 ਸਾਲਾਂ ਵਿੱਚ ਟੈਕਸ ਰਿਟਰਨ ਭਰਿਆ ਸੀ ਉਹਨਾਂ ਲਈ ਗਵਰਨਮੈਂਟ ਇੱਕ ਟੈਕਸੇਬਲ ਗ੍ਰਾਂਟ ਦੇਊਗੀ। ਜਿਹੜੀ ਕੈਲਕੂਲੇਸ਼ਨ ਹੈ ਇਹ ਗ੍ਰਾਂਟ ਦੀ ਥੋੜੀ ਕੰਪਲਿਕੇਟਡ ਆ, ਪਰ ਐਸੈਂਸ਼ਲੀ ਗਵਰਨਮੈਂਟ ਨੇ ਤੁਹਾਡਾ ਪਿਛਲਾ 3 ਸਾਲਾਂ ਦਾ ਦੇਖਣਾ ਹੈ, ਤੁਹਾਡਾ ਐਵਰੇਜ ਪ੍ਰੋਫਿਟ ਕੀ ਸੀ ਹਰ ਇੱਕ ਮਹੀਨੇ, ਤੇ ਤੁਹਾਨੂੰ ਫਿਰ ਉਹ 3 ਮਹੀਨਿਆਂ ਦੀ ਇਕੱਠੀ ਗ੍ਰਾਂਟ ਦੇਣਗੇ। ਹੁਣ ਗਵਰਨਮੈਂਟ ਨੇ ਕਿਹਾ ਹੈ ਕਿ ਇਹ ਗ੍ਰਾਂਟ ਤੁਹਾਨੂੰ ਐਂਡ ਆਫ ਮਈ ਜਾਂ ਪਹਿਲੀ ਵੀਕ ਜੂਨ 'ਚ ਮਿਲਣੀ ਚਾਹੀਦੀ ਹੈ ਤੇ ਤੁਹਾਨੂੰ ਆਪ ਨਹੀਂ ਕੋਈ ਕਲੇਮ ਕਰਨਾ ਪੈਣਾ। HMRC ਕੋਲ ਤੁਹਾਡੇ ਡੀਟੇਲਸ ਆਲਰੇਡੀ ਹੈ ਕਿਉਂਕਿ ਤੁਸੀਂ ਟੈਕਸ ਰਿਟਰਨ ਭਰਦੇ ਰਹੇ ਆ, ਤੇ ਜਿਨ੍ਹਾਂ ਨੇ ਟੈਕਸ ਰਿਟਰਨ ਨਹੀਂ ਭਰੇ ਫਿਰ ਇਹ ਗ੍ਰਾਂਟ ਉਹਨਾਂ ਨੂੰ ਨਹੀਂ ਮਿਲਣਾ, ਕਿਉਂਕਿ ਇਹ ਟੈਕਸ ਰਿਟਰਨ ਦੇ ਹਿਸਾਬ ਨਾਲ ਗਵਰਨਮੈਂਟ ਨੇ ਕੈਲਕੂਲੇਟ ਕਰਨਾ ਕਿ ਤੁਹਾਡਾ ਗ੍ਰਾਂਟ ਕਿੰਨਾ ਬਣਦਾ ਹੈ।
ਮੈਂ ਜਿਨ੍ਹਾਂ ਨੇ ਹੁਣ ਸਿਰਫ 2 ਸਾਲ ਤੋਂ ਹੀ ਸੈਲਫ ਇੰਪਲੋਇਡ ਹੋਏ ਆ ਉਹਨਾਂ ਲਈ ਗਵਰਨਮੈਂਟ ਨੇ 2 ਸਾਲਾਂ ਦੇ ਐਵਰੇਜ ਨਾਲ ਤੁਹਾਨੂੰ ਕੈਲਕੂਲੇਟ ਕਰਕੇ ਦੇ ਦੇਣੀ ਹੈ। ਜਿਹੜੇ ਆਪਣੇ ਸੈਲਫ ਇੰਪਲੋਇਡ ਅਪ੍ਰੈਲ 2019 ਤੋਂ ਹੋਏ ਵੇ ਆ ਆਈ ਪਿਛਲੇ ਸਾਲ ਤੋਂ ਜਿਨ੍ਹਾਂ ਨੇ ਹਜੇ ਟੈਕਸ ਰਿਟਰਨ 1920 ਦਾ ਹਜੇ ਨਹੀਂ ਭਰਿਆ ਉਹਨਾਂ ਲਈ ਇਹ ਸਕੀਮ ਨਹੀਂ ਕੰਮ ਕਰੂਗੀ ਤੇ ਉਹਨਾਂ ਨੂੰ ਗਵਰਨਮੈਂਟ ਨੇ ਐਡਵਾਈਸ ਕੀਤਾ ਹੈ ਕਿ ਤੁਸੀਂ ਜਿਹੜੇ ਆਪਣੇ ਬੈਨੀਫਿਟ ਸਿਸਟਮ ਆ ਯੂਨੀਵਰਸਲ ਕ੍ਰੈਡਿਟ ਤੇ ਜੌਬ ਸੀਕਰ ਅਲਾਊਂਸ ਉਹਨਾਂ ਲਈ ਤੁਸੀਂ ਅਪਲਾਈ ਕਰੋ। ਜਿਹੜੀ ਤੀਜੀ ਸਕੀਮ ਗਵਰਨਮੈਂਟ ਨੇ ਅਨਾਉਂਸ ਕੀਤੀ ਸੀ ਉਹ ਹੈਗੀ ਸੀ ਬਿਜ਼ਨਸ ਰੇਟਸ ਰਿਲੀਫ। ਬਿਜ਼ਨਸ ਰੇਟਸ ਕਾਉਂਸਲ ਟੈਕਸ ਵਾਂਗੂ ਹੁੰਦੇ ਆ ਬਟ ਜਿਹੜੇ ਬਿਜ਼ਨੈਸਿਸ ਜਾਂ ਕੰਪਨੀਆਂ ਪੇ ਕਰਦੀਆਂ ਨੇ ਫॉर ਐਗਜ਼ਾਮਪਲ ਵੇਅਰ ਹਾਊਸਿਸ ਜਾਂ ਹਾਈ ਸਟਰੀਟ ਤੇ ਜਿਹੜੇ ਸ਼ਾਪਸ ਆ ਗਵਰਨਮੈਂਟ ਨੇ 2 ਤਰ੍ਹਾਂ ਦੀਆਂ ਗ੍ਰਾਂਟਾਂ ਆਫਰ ਕੀਤੀਆਂ ਉਹ ਹੈਗੀਆਂ ਇੱਕ 10,000 ਪਾਉਂਡ ਦੀ ਆ ਇੱਕ 25,000 ਪਾਉਂਡ ਦੀ ਆ ਤੇ ਜਿਹੜੀ ਤੁਹਾਨੂੰ ਮਿਲੂਗੀ ਉਹ ਡਿਪੈਂਡ ਕਰੂਗਾ ਕਿ ਤੁਹਾਡਾ ਬਿਜ਼ਨਸ ਰੇਟ ਤੁਸੀਂ ਕਿੰਨੇ ਪੇ ਕਰਦੇ ਆ। ਤੁਹਾਨੂੰ ਕਲੇਮ ਕਰਨ ਦੀ ਲੋੜ ਨਹੀਂ ਪਊਗੀ। ਇਹ ਸਾਰੀ ਲੋਕਲ ਅਥਾਰਟੀ ਹੈ ਜਿਹਨਾਂ ਤੁਸੀਂ ਬਿਜ਼ਨਸ ਰੇਟ ਤੁਸੀਂ ਪੇ ਕਰਦੇ ਆ ਉਹ ਆਪ ਹੀ ਆਟੋਮੈਟਿਕਲੀ ਕੈਲਕੂਲੇਟ ਕਰਕੇ ਤੁਹਾਨੂੰ ਗ੍ਰਾਂਟ ਜੋ ਤੁਸੀਂ ਐਲੀਜੀਬਲ ਆ ਤੁਹਾਨੂੰ ਗ੍ਰਾਂਟ ਦੇਣਗੇ। ਇਹ ਸੀ ਜੀ 3 ਖਾਸ ਸਕੀਮਾਂ ਗਵਰਨਮੈਂਟ ਨੇ ਪਿਛਲੇ ਮਹੀਨੇ ਅਨਾਉਂਸ ਕੀਤੀਆਂ ਸੀ। ਗਵਰਨਮੈਂਟ ਦੀ ਆਸ ਆ ਕਿ ਇਹ ਸਕੀਮਾਂ ਨਾਲ ਜਿਹੜਾ ਇਕਨੋਮਿਕ ਇੰਪੈਕਟ ਲੋਕਾਂ ਤੇ ਹੋਇਆ ਹੈ ਉਹ ਘਟੇ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਇਹ ਸਕੀਮਾਂ ਨੂੰ ਐਕਸਟੈਂਡ ਕੀਤਾ ਜਾਊਗਾ ਜਾਂ ਹੋਰ ਸਕੀਮਾਂ ਗਵਰਨਮੈਂਟ ਇੰਟਰੋਡਿਊਸ ਕਰੂਗੀ ਕਿ ਜਿਹੜੀ ਡਿਫਿਕਲਟੀ ਲੋਕਾਂ ਨੂੰ ਆਈ ਵੀ ਆ ਉਹਨੂੰ ਹੋਰ ਘਟਾਉਣ। ਸਤਿ ਸ੍ਰੀ ਅਕਾਲ। The hottest Black Friday offer is with Leica Mobile. You get a whopping 50% off when you buy UK Plan Mega this weekend. 40 gigabytes of data, unlimited UK minutes and texts, and 100 international minutes for just £10 this weekend. It's Black Friday madness from Leica Mobile. 50% off should not be missed. Visit leicamobile.co.uk for details. Offer is valid to new customers who shop online between 28th of November and 2nd of December 2019. Leica Mobile. क्या कहती है आपकी किस्मत? आपकी शादी, लव लाइफ, मैरिज, फाइनेंशियल चेंजेस से गुजर रहे हैं या फिर कोई नई नौकरी देख रहे हैं या बिजनेस नया करने का सोच रहे हैं तो देखना मत भूलिएगा डेस्टिनी एंड कार्ड्स विद मोना चौहान ओनली ऑन MATV। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਗੁਰਦੁਆਰਾ ਮੀਰੀ ਪੀਰ ਸਾਹਿਬ ਵੱਲੋਂ ਜਿਹੜਾ ਵੀ ਪ੍ਰੋਗਰਾਮ ਅਸੀਂ ਸੋਮਵਾਰ 9:15 ਤੋਂ 10:15 ਔਰ ਸ਼ੁੱਕਰਵਾਰ 8:30 ਤੋਂ 9:30 ਅਸੀਂ ਪੰਥ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਦਿੰਦੇ ਹਾਂ। ਉਸ ਵਿੱਚ ਅਸੀਂ ਵੀ ਚਾਹੁੰਦੇ ਹਾਂ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਕਰਨ। MATV ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦਾ ਹੈ ਔਰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਬਿਲਕੁਲ ਸੱਚ ਤੇ ਆਧਾਰਿਤ ਹੈ, ਸੱਚ ਦੀ ਆਵਾਜ਼ ਬਣਦਾ ਹੈ ਔਰ ਇੱਦਾਂ ਸੱਚ ਦੀ ਆਵਾਜ਼ 'ਚ ਪਹਿਰਾ ਦੇਣਾ ਕੋਈ ਸੌਖੀ ਗੱਲ ਨਹੀਂ ਹੈ। ਸਾਨੂੰ ਸੰਗਤਾਂ ਦਾ ਸਾਥ ਚਾਹੀਦਾ ਹੈ, ਅਸੀਂ ਸੰਗਤਾਂ ਦੇ ਨਾਲ ਹਾਂ। ਵਾਹਿਗੁਰੂ ਜੀ का खालसा वाहिगुरु जी की फतेह। हेस्टन हाइड वेस्ट लंदन के सबसे शानदार होटल्स में से एक with 303 air conditioned rooms and suites, one of the largest banquet spaces in London, meeting room for up to 1200 people, conferences, musical function, weddings या कोई भी गैदरिंग। मनपसंद भोजन, शानदार आयोजन और बेहतरीन वेन्यू, 400 गाड़ियों की पार्किंग के साथ Heston Hyde. For bookings, call 0208 572 1818. ਮੈਂ ਤੁਹਾਡਾ ਹਰਜਾਬ। ਹਾਂਜੀ ਸਵਾਗਤ ਹੈ ਬ੍ਰੇਕ ਤੋਂ ਬਾਅਦ। ਜਿੱਦਾਂ ਤੁਹਾਨੂੰ ਪਤਾ ਹੈ ਜੀ ਕਿ ਸਫਾਈ ਦੇ ਨਾਲ
ਉਹ ਬਿਮਾਰੀ ਤੋਂ ਬਚਣ ਦੇ ਨਾਲ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਮੈਂਟਲ ਸਟੇਟ ਤਾਂ ਆਪਣਾ ਫਿਜ਼ੀਕਲ ਸਟੇਟ ਸਹੀ ਰੱਖੋ। ਸੋ ਇਹਦੇ ਵਿੱਚ ਹੁਣ ਕਿਉਂਕਿ ਜੇ ਤੁਸੀਂ ਫਿਜ਼ੀਕਲੀ ਅੱਛੇ ਨਹੀਂ ਫੀਲ ਕਰ ਰਹੇ ਤਾਂ ਤੁਸੀਂ ਮੈਂਟਲੀ ਨਹੀਂ ਠੀਕ ਕਰ ਰਹੇ। ਜੇ ਤੁਸੀਂ ਫਿਜ਼ੀਕਲੀ ਫੀਲ ਕਰ ਰਹੇ ਕਿ ਨਹੀਂ ਮੈਨੂੰ ਤਾਂ ਮੋਟਾਪਾ ਚੜ੍ਹੀ ਜਾਂਦਾ ਘਰ ਬਹਿ ਕੇ, ਜਾਂ ਮੈਂ ਐਕਸਰਸਾਈਜ਼ ਨਹੀਂ ਕਰਦਾ, ਜਾਂ ਮੈਂ ਜਦੋਂ ਤੁਰਨ ਜਾਂਦੀ ਸੀ ਉਹ ਨਹੀਂ ਕਰਦੀ, ਤਾਂ ਉਸ ਹਿਸਾਬ ਨਾਲ ਤੁਹਾਡੇ ਮੈਂਟਲ ਸਟੇਟ ਤੇ ਬਹੁਤ ਅਸਰ ਪੈਂਦਾ ਜੀ। ਤਾਂ ਮੈਂਟਲ ਸਟੇਟ ਤੇ ਅਸਰ ਪੈਂਦਾ ਜੀ, ਫਿਰ ਸ਼ੁਰੂ ਹੁੰਦੇ ਡਿਪਰੈਸ਼ਨ, ਕਲੇਸ਼, ਐਂਗਜ਼ਾਇਟੀ, ਘਰ ਦੀ ਸਾਰੀ ਬਣਤਰ ਹੀ ਆ, ਘਰ ਦੀ ਸਾਰੀ ਸਿਸਟਮ ਹੀ ਆ, ਉਹ ਹੀ ਅਪਸੈਟ ਹੋ ਜਾਂਦੀ ਹੈ। ਇਸ ਲਈ ਮੈਂ ਆਪਣੇ ਦੋਸਤ ਮਨਜੀਤ ਨੂੰ ਕਿਹਾ, ਮਨਜੀਤ ਇੱਕ ਫਿਜ਼ੀਕਲ ਟ੍ਰੇਨਰ ਹੈਗਾ ਜੀ, ਉਹ ਮੇਰੇ ਵਰਗੇ ਜਿਹੜੇ ਬੱਬਰੂ ਆ ਉਹਨਾਂ ਨੂੰ ਹ੍ਰਿਤਿਕ ਰੋਸ਼ਨ ਨਾਲ ਹੀ ਸਰੀਰ ਦਵਾ ਦਿੰਦਾ। ਸੋ ਇਹ ਨਹੀਂ ਕਿ ਉਹ ਲੈ ਕੇ ਦਵਾਉਂਦਾ, ਉਹ ਤੁਹਾਤੋਂ ਹੀ ਮਿਹਨਤ ਕਰਾ ਕੇ ਤੁਹਾਨੂੰ ਤਰੀਕੇ ਦੱਸ ਦਿੰਦਾ ਕਿ ਤੁਸੀਂ ਸਹੀ ਕਿੱਦਾਂ ਫਿੱਟ ਹੋ ਸਕਦੇ ਆ, ਬਿਨਾਂ ਫੈਟ ਤੋਂ ਸਹੀ ਸਰੀਰ ਕਿੱਦਾਂ ਰੱਖਣਾ, ਕਿਹੜੀਆਂ ਖੁਰਾਕਾਂ ਖਾਣੀਆਂ। ਸੋ ਉਹਨੂੰ ਮੈਂ ਕਿਹਾ ਮਨਜੀਤ ਯਾਰ ਤੂੰ ਆਪਣੇ ਪੰਜਾਬੀ 'ਚ ਕੁਛ ਸਲਾਹ ਦੇ ਸੰਗਤਾਂ ਨੂੰ ਕਿ ਜੋ ਕੀ ਕਰ ਸਕਣ ਘਰ ਬੈਠੇ ਬੈਠੇ। ਕਹਿੰਦਾ ਕੋਈ ਗੱਲ ਨਹੀਂ ਹਰਜਾਪ, ਮੈਂ ਬਣਾ ਦਿੰਦਾ ਵੀਡੀਓ। ਤਾਂ ਉਹਨੂੰ ਵੀਡੀਓ ਭੇਜ ਦਿੱਤੀ, ਉਹਦੀ ਵੀ ਐਡਵਾਈਸ ਤੁਸੀਂ ਸੁਣਨੀ ਆ, ਔਰ ਬਹੁਤ ਦੇਖੋ ਸੁਣਨ ਵਾਲੀ ਆ। ਜਿੰਨੇ ਵੀ ਲੋਕ ਤੁਹਾਨੂੰ ਇਹ ਸ਼ੋਅ ਤੇ ਐਡਵਾਈਸ ਕਰਦੇ ਜੀ, ਇਹ ਐਡਵਾਈਸਾਂ ਲੈਣ ਲਈ 250-250 300 ਪਾਉਣ ਲੱਗਦੇ ਆ, ਕਿਉਂਕਿ ਹਰ ਦਾ ਟਾਈਮ ਕੀਮਤੀ ਆ। ਬਹੁਤ ਤੁਸੀਂ ਲੋਕ ਗਿੱਜੇ ਹੋ ਜੀ ਕਿ ਫ੍ਰੀ ਸਾਨੂੰ ਸਭ ਕੁਝ ਮਿਲੇ, ਮਾਲੇ ਮੁਫਤ ਦਿਲੇ ਬੇਰਹਿਮ। ਔਰ ਤੁਸੀਂ ਕਹਿੰਦੇ ਨਹੀਂ ਭਾਜੀ ਸਲਾਹ ਤਾਂ ਫ੍ਰੀ ਹੋਣੀ ਚਾਹੀਦੀ, ਵੀ ਕਿਉਂ ਹੋਣੀ ਚਾਹੀਦੀ ਹੈ ਜੀ? ਕਿਉਂ ਕੋਈ ਦੇਵੇ ਸਲਾਹ ਤੁਹਾਨੂੰ ਫ੍ਰੀ? ਜਿਹੜਾ ਲੋਕ ਕਿਸੇ ਨੇ 30 ਸਾਲ ਪੜ੍ਹਾਈ ਕੀਤੀ ਹੋਆ ਕੁਛ ਗਿਆਨ ਕਰਨ ਲਈ, ਉਹ ਤੁਹਾਨੂੰ ਫ੍ਰੀ ਕਿਉਂ ਦੇਣ? ਬਾਕੀ ਜੇ ਲੋਕ ਪੈਸੇ ਲੈਂਦੇ ਆ, ਜੇ ਗੋਰੇ 300-400 ਪਾਉਂਡ ਲੈਂਦੇ ਉਹੀ ਸਲਾਹ ਦੇ, ਉਹਨਾਂ ਨੂੰ ਤੁਸੀਂ ਦੇ ਕੇ ਰਾਜੀ ਆ। ਜੇ ਕੋਈ ਆਪਣਾ ਬੰਦਾ ਤੁਹਾਤੋਂ 5 ਪਾਉਂਡ ਮੰਗ ਲਵੇ ਤਾਂ ਤੁਹਾਡਾ ਸਾਰਾ ਕੁਝ ਦੁਖਣ ਲੱਗ ਜਾਂਦਾ ਕਿ ਸਲਾਹ ਹੀ ਦੇਣੀ ਆ। ਫ੍ਰੀ ਸਲਾਹ ਦੀ ਫਿਰ ਗਲਤ ਹੀ ਮਿਲਣੀ ਆ। ਹਾਂ ਕਈ ਲੋਕ ਹੈਗੇ ਉਹ ਫ੍ਰੀ ਸਲਾਹ ਦਿੰਦੇ, ਕਈ ਵਾਰੀ ਗਲਤ ਦੇ ਦਿੰਦੇ ਆ ਤਾਂ ਕਿ ਬੰਦਾ ਫਸੇ। ਸਾਡਾ ਇਹੀ ਕੋਸ਼ਿਸ਼ ਰਹੇ ਆ ਜੀ ਕਿ ਤੁਹਾਡੇ ਸਲਾਹ ਤੁਹਾਨੂੰ ਸਹੀ ਦਵਾਈਏ। ਮੈਂ ਵੀ ਜੋ ਤੁਹਾਨੂੰ ਸਲਾਹ ਦਿੰਦਾ, ਤੁਹਾਨੂੰ ਲੱਗੇ ਸਹੀ ਨਾ ਲੱਗੇ ਦੈਟਸ ਨੋਟ ਮਾਈ ਪ੍ਰੋਬਲਮ, ਉਹ ਮੇਰੀ ਪ੍ਰੋਬਲਮ ਨਹੀਂ। ਜੇ ਤੁਹਾਨੂੰ ਸੱਚ ਸੁਣਨ ਦੀ ਆਦਤ ਨਹੀਂ, ਉਹਦੇ ਵਿੱਚ ਮੇਰਾ ਕਸੂਰ ਨਹੀਂ, ਉਹਦੇ ਤੁਹਾਡਾ ਕਸੂਰ ਆ। ਤੁਹਾਡਾ ਦਿਮਾਗ ਨਹੀਂ ਇਸ ਚੀਜ਼ ਨੂੰ ਸਹੀ ਮੰਨਦਾ, ਸੱਚਾਈ ਨੂੰ, ਤੁਹਾਡਾ ਝੂਠ ਹੱਲ ਨੂੰ ਭੱਜਦਾ। ਪਰ ਸਾਡੀ ਕੋਸ਼ਿਸ਼ ਇਹੀ ਹੁੰਦੀ ਕਿ ਜਿਹੜੇ ਐਕਸਪਰਟਾਂ ਨਾਲ ਅਸੀਂ ਗੱਲ ਕਰੀਏ, ਤੁਹਾਨੂੰ ਬੰਦੇ ਸਹੀ ਲਿਆਈਏ। ਮੈਂ ਕਦੇ ਗਲਤ ਬੰਦਾ ਨਹੀਂ ਤੁਹਾਡੇ ਸ਼ੋਅ ਤੇ ਲੈ ਕੇ ਆਇਆ। ਤੁਸੀਂ ਦੇਖ ਰਹੇ ਕਿੰਨੇ ਚਿਰ ਤੋਂ ਦੇਖ ਰਹੇ, ਮੈਂ ਕਦੇ ਤੁਹਾਡੇ ਲਈ ਗਲਤ ਬੰਦਾ ਨਹੀਂ ਲੈ ਕੇ ਆਇਆ। ਮੈਂ ਕਦੇ ਇਹ ਨਹੀਂ ਤੁਹਾਨੂੰ ਪੁੱਠੀ ਸਲਾਹ ਦਿੱਤੀ, ਜਾਂ ਕਿਸੇ ਨੂੰ ਕਹੋ ਕਿ ਇਹਨੂੰ ਪੁੱਠੀ ਲਓ, ਜਾਂ ਮੰਗੋ ਪੈਸੇ ਜੀ ਚੈਰਿਟੀ ਦੇ ਨਾਂ 'ਚ, ਤੇ ਆਹ ਕਰੋ ਜੀ, ਆਹ ਕਰੋ, ਪੈਸੇ ਇਕੱਠੇ ਕਰੋ ਜੀ, ਜਾਂ ਗਲਤ ਬੰਦੇ ਨੂੰ ਲਿਆਓ ਤਾਂ ਉਹਦੀ ਬਹਿ ਕੇ ਉੱਦਾਂ ਹੀ ਲੋਲੋ ਪੋਪੋ ਸਿਫਤਾਂ ਕਰੀ ਜਾਓ ਨਕਲੀ ਹੰਗਰ, ਉਤੋਂ ਪੈਸੇ ਲੈ ਕੇ ਕਿ ਕੋਈ ਗੱਲ ਨਹੀਂ ਮੈਂ ਤੇਰੀ ਬੱਲੇ ਬੱਲੇ ਕਰਾ ਦਿੰਦਾ। ਜਿਨ੍ਹਾਂ ਦੀ ਬੱਲੇ ਬੱਲੇ ਕਰਨ ਦੀ ਜੀ, ਉਹ ਤਾਂ ਫ੍ਰੀ 'ਚ ਹੀ ਕਰ ਦਈਦੀ ਆ, ਕਿਉਂਕਿ ਉਹਨਾਂ ਨੇ ਕੰਮ ਹੀ ਏਦਾਂ ਕੀਤੇ ਆ ਜੋ ਕਿ ਬੱਲੇ ਬੱਲੇ ਦੇ ਯੋਗ ਆ। ਬਾਕੀ ਜਿਹੜੇ ਲੋਕ ਚਾਹੁੰਦੇ ਕਿ ਬੱਲੇ ਬੱਲੇ ਸਾਡੀ ਕਰੇ ਜੀ, ਪੈਸੇ ਲੈ ਕੇ ਕਰਦੇ, ਉਹਦੇ ਮੈਂ ਪੈਸੇ ਲੈ ਕੇ ਉਹ ਨਹੀਂ ਕਰਦਾ ਕਿ ਉਹਨਾਂ ਨੇ ਕੁਛ ਕੀਤਾ ਹੀ ਨਹੀਂ। ਸੋ ਬੱਲੇ ਬੱਲੇ ਤਾਂ ਹੀ ਹੋਣੀ ਜੇ ਤੁਸੀਂ ਜੋ ਲੋਕਾਂ ਲਈ ਕੁਛ ਕਰੋਗੇ ਬੇਸਵਾਰਥ ਹੋ ਗਏ। ਸੋ ਜਿੰਨੇ ਵੀ ਐਕਸਪਰਟਸ ਮੈਂ ਤੁਹਾਨੂੰ ਲੈ ਕੇ ਆਉਣਾ ਜੀ, normally they would charge you for this advice, but ਉਹਨਾਂ ਨੇ ਬੜੇ ਪਿਆਰ ਨਾਲ ਰਿਸਪੈਕਟ ਕਰਕੇ, ਕਿਉਂਕਿ ਇੱਕ ਤਾਂ ਉਹ ਰਿਸਪੈਕਟ ਕਰਦੇ ਆ। ਮੈਨੂੰ ਇੰਨਾ ਖੁਸ਼ੀ ਦੀ ਗੱਲ ਹੈ ਜੀ, ਮੈਂ ਕਹਿ ਸਕਦਾ ਕਿ ਮੈਂ ਪੈਸੇ ਨਹੀਂ ਕਮਾਏ ਜ਼ਿੰਦਗੀ 'ਚ, ਉਹ ਤਾਂ ਤੁਸੀਂ ਦੇਖ ਹੀ ਰਹੇ ਆ। ਐਕਸਟੈਂਸ਼ਨ 'ਚ ਤਾਂ ਬਹਿ ਕੇ ਮੈਂ ਵੀਡੀਓ ਬਣਾਉਣ ਡਿਆ, ਤੇ ਉਹ ਵੀ ਸਾਡੀ ਬਸ ਠੀਕ ਹੀ ਠਾਕ ਹੀ ਆ, ਘਰ ਵੀ ਠੀਕ ਠਾਕ ਹੀ ਆ। ਸੋ ਉਹ ਪੈਸੇ ਨਹੀਂ ਕਮਾਏ, ਪਰ ਮੈਂ ਯਾਰੀਆਂ ਬਹੁਤ ਕਮਾਈਆਂ। ਸੋ ਉਹਦੇ ਨਾਲ ਜਿਹਨੂੰ ਕਿਸੇ ਨੂੰ ਕੁਛ ਕਹੀਦਾ ਕਿ ਗੱਲ ਲਈ, ਭਾਵੇਂ ਉਹ ਬੰਦਾ ਕੱਚਾ ਹੋਵੇ ਜੀ, ਭਾਵੇਂ ਉਹ ਬੰਦਾ ਟੌਪ ਤੇ ਗਵਰਨਮੈਂਟ ਲੈਵਲ ਤੇ ਹੋਵੇ, ਭਾਵੇਂ MP ਹੋਵੇ, ਭਾਵੇਂ ਮਿਨਿਸਟਰ ਹੋਵੇ, ਭਾਵੇਂ ਜੀ ਉਹ ਬਿਲਡਰ ਹੋਵੇ, ਕਿ ਜੋ ਮਰਜ਼ੀ ਹੋਵੇ ਜੀ, ਜਦੋਂ ਕੁਛ ਮੰਗੀਦਾ ਤਾਂ ਲੋਕ ਨਾ ਨਹੀਂ ਕਹਿੰਦੇ, ਪਿਆਰ ਨਾਲ ਕਹਿੰਦੇ ਕੋਈ ਗੱਲ ਨਹੀਂ ਭਾਜੀ ਕਰ ਦਿੰਦੇ ਆ। ਮੈਂ ਵੀ ਇਹਨਾਂ ਨੂੰ ਪਿਆਰ ਨਾਲ ਕਿਹਾ ਤਾਂ ਇਹਨਾਂ ਨੇ ਵੀਡੀਓ ਬਣਾ ਕੇ ਦੇ ਦਿੱਤੇ। ਔਰ ਦੂਜੀ ਗੱਲ ਆ, ਇਹ ਵੀ ਸਮਝਦੇ ਆ ਕਿ ਕੁਛ ਲੋਕਾਂ ਨੂੰ ਐਕਸੈਸ ਨਹੀਂ ਹੈਗਾ ਇਹ ਚੀਜ਼ਾਂ ਨੂੰ, ਤੇ ਹੁਣ ਅਸੀਂ ਇਹ ਵੀ ਆਪਣੀ ਕਮਿਊਨਿਟੀ ਦੀ ਥੋੜ੍ਹੀ ਜਿਹੀ ਹੈਲਪ ਕਰੀਏ। ਐਂਡ ਗੁੱਡ ਔਨ ਦਮ, ਬਿਕੋਜ਼ ਮੈਂ ਕਈ ਲੋਕਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕੀਤਾ ਹੀ ਨਹੀਂ, ਤੇ ਕੀਤਾ ਨਹੀਂ ਕਿ ਮਤਲਬ ਕਿ ਉਹ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ। ਤੇ ਮੈਂ ਕਿਹਾ ਜੀ ਘਰ ਬੈਠੇ ਤੁਹਾਡੇ ਕੋਲ ਟਾਈਮ ਹੈ ਨਹੀਂ, ਜਾਂ ਭਾਜੀ ਮੈਂ ਤਾਂ 5 ਹਫ਼ਤਿਆਂ ਨੂੰ ਭੇਜੂੰਗਾ। ਮੈਂ ਕਿਹਾ ਚੱਲ ਠੀਕ, ਮੈਂ ਇੱਦਾਂ ਕਹੀ ਤੂੰ 5 ਸਾਲਾਂ ਨੂੰ ਭੇਜੀ।
ਉਹਦੇ 'ਚ ਇਹ ਆ ਕਿ ਲੋਕ ਥੋੜ੍ਹੇ ਆ ਨਾ ਨਹੀਂ ਕਰਦੇ, ਪਰ ਕਹਿਣ ਦਾ ਢੰਗ ਜਿੱਦਾਂ ਬੰਟਰ ਮਾਰਦੀ ਨਾ, ਗੋਲੀ ਦੇ ਦੀ ਪੰਜਾਬੀ 'ਚ ਕਹਿ ਦੀ। ਸੋ ਉਸ ਹਿਸਾਬ ਨਾਲ ਜੋ ਹੈਗੇ ਮੈਂ ਸੋ ਬੇਸਲੀ ਮੈਂ ਕਹਿੰਦਾ ਹੀ ਹੁਣ ਆਪਣੇ, ਮੈਂ ਜਦੋਂ ਪਹਿਲਾਂ ਕਰਨ ਲੱਗਾ ਸੀ ਨਾ 8-9 ਸਾਲ ਪਹਿਲਾਂ ਆਪਣਾ ਮੰਡੇ ਵਾਲਾ ਸ਼ੋਅ, ਤਾਂ ਉਹਦੇ ਲਈ ਇਹ ਲੋਕਾਂ ਨੇ ਬਹੁਤ ਕਿਹਾ ਨਹੀਂ ਫਿਰ ਆਵਾਂਗੇ, ਇੱਦਾਂ ਕਰਾਂਗੇ, ਆਹ ਕਰਾਂਗੇ। ਫਿਰ ਮੈਂ ਦੁਬਾਰਾ ਪੁੱਛਿਆ ਹੀ ਨਹੀਂ ਉਹਨਾਂ ਨੂੰ। ਮੈਂ ਫਿਰ ਉਹੀ ਆਪਣੇ ਸਰਕਲ 'ਚ ਆਪਣੇ ਬੰਦੇ ਰੱਖੇ ਹੋ ਆ ਜੋ ਹੈਗੇ ਆ 10-12, ਤਾਂ ਉਹਨਾਂ ਨੂੰ ਪੁੱਛਦਾ ਹੁੰਦਾ, ਉਹਨਾਂ ਤੋਂ ਹੀ ਕਰਦਾ ਹੁੰਦਾ। ਐਂਡ ਮਨਜੀਤ ਇਜ਼ ਵਨ ਆਫ ਦਮ, ਰਣਦੀਪ ਇਜ਼ ਵਨ ਆਫ ਦਮ, ਨੀਸ਼ਾ ਇਜ਼ ਵਨ ਆਫ ਦਮ। ਆਈ ਹੈਵ ਅ ਗੁੱਡ ਸਰਕਲ ਆਫ ਪੀਪਲ ਟੂ ਗਿਵ ਐਡਵਾਈਸ ਫਰਮ। ਸੋ ਇਹ ਜੋ ਲੋਕ ਹੈ ਨਾ ਨਹੀਂ ਕਰਦੇ, ਹੁਣ ਇਹਨਾਂ ਨੂੰ ਦੇਖ ਕੇ ਹੁਣ ਬੜੇ ਲੋਕਾਂ ਦੇ ਆਉਂਦੇ, ਭਾਈ ਸਾਡਾ ਵੀ ਅਸੀਂ ਵੀ ਦੇਣੀ ਆ ਸਲਾਹ, ਅਸੀਂ ਵੀ ਦੇਣੀ। ਮੈਂ ਕਿਹਾ ਜੀ ਸਦਕੇ ਦਿਓ। If you've got something which if you're say a professional and you feel our community can benefit from that advice and you want to give some advice, then you can contact me on my email. It's hb@harjatbungle.co.uk, and by all means I'll try and get your video on air and get your message out to the public. But if you're going to do it to make a quick buck, then forget it. Then don't bother emailing me. Yeah, because I won't reply. Yeah, it's got to be something beneficial for the public. ਸੋ ਮੈਨੂੰ ਬਹੁਤ ਮੈਸੇਜ ਆਏ ਲੋਕਾਂ ਦੇ, ਮੈਸੇਜ ਇਹ ਆਏ ਕਿ ਭਾਜੀ ਸਾਡੇ ਕੋਲ ਮਾਸਕ ਬਹੁਤ ਪਏ ਆ, ਪਬਲਿਕ ਨੂੰ ਕਹੋ ਕਿ ਸਾਤੋਂ ਲੈ ਲੈਣ। ਮੈਂ ਕਿਹਾ ਮਾਸਕ ਪਏ ਤੁਸੀਂ NHS ਨੂੰ ਦਿਓ, ਨਹੀਂ ਤੁਸੀਂ ਕਰਾ ਦਿਓ ਗੱਲ। ਮੈਂ ਕਾਹਨੂੰ ਗੱਲ ਕਰਨਾ, ਨਹੀਂ ਅਸੀਂ ਸੇਵਾ ਕਰਨੀ ਆ। ਮੈਂ ਕਿਹਾ ਸੇਵਾ ਕਰਨੀ ਫ੍ਰੀ 'ਚ ਦੇ ਦਿਓ ਮਾਸਕ ਜੇ ਪਏ ਆ। ਨਹੀਂ ਭਾਜੀ ਫਿਰ ਖਰਚਾ ਤਾਂ ਹੋਏ ਆ। ਫਿਰ ਭਾਈ ਸੇਵਾ ਦੀ ਕਾਹਦੀ ਗੱਲ ਆ ਜੇ ਤੁਸੀਂ ਪੈਸੇ ਲੈਣੇ ਹੈ ਨਾ। ਸੇਵਾ ਥੋੜ੍ਹੀ ਆ, ਫਿਰ ਸੇਵਾ ਕਰਨੀ ਤਾਂ ਫ੍ਰੀ 'ਚ ਦਿਓ ਮਾਸਕ ਜੇ ਪਏ ਆ ਤੁਹਾਡੇ ਕੋਲ। ਨਹੀਂ ਭਾਈ, ਮਤਲਬ ਕਿ ਲੋਕ ਆਪਣਾ ਹਜੇ ਵੀ ਲੋਕ ਸੋਚਦੇ ਕਿ ਇਸ ਸਿਚੁਏਸ਼ਨ ਤੋਂ 4 ਪੈਸੇ ਬਣਾ ਲਈਏ, ਕਿ ਚਲੋ ਉਹ ਹੁਣ ਉਹਨਾਂ ਦੀ ਸੋਚ ਹੋ ਗਈ। ਪਰ ਉਹਦੇ 'ਚ ਮੈਂ ਨਹੀਂ ਤੁਹਾਡਾ ਹਿੱਸੇਦਾਰ ਬਣਨਾ, ਮੈਂ ਨਹੀਂ ਭਾਗੇਦਾਰ ਬਣਨਾ ਉਸ ਚੀਜ਼ 'ਚ। ਮੈਂ ਇਹ ਚੀਜ਼ ਨਾਲ ਮੇਰੇ ਜ਼ਮੀਰ ਨਾਲ ਨਹੀਂ ਫਿੱਟ ਪੈਂਦੀ ਇਹ। Right, anyway, watch Manjeet's video, get some tips off him. Like I said, all the advice on the show you'd have to pay for, and if you're going to pay for it, you'd end up paying like 500-600 quid for it. But thanks to these guys who are brilliant people, they're going to give you all free today. So all to see dekho ji. मैं हाँ मनजीत सिंह, health scientist, absolutely fit studio ਤੋਂ। ਅੱਜ ਮੈਂ ਤੁਹਾਡੇ ਵਾਸਤੇ 10 ਮਿੰਟ ਦੀ ਵੀਡੀਓ ਕਰਨਾ ਚਾਹੁੰਦਾ ਹਾਂ। ਇਸ ਵੀਡੀਓ ਹੈ how to keep healthy and fit at home, ਕਿਵੇਂ ਆਪਾਂ ਤੰਦਰੁਸਤੀ ਘਰ 'ਚ ਰੱਖ ਸਕਦੇ ਹਾਂ। ਪਹਿਲੀ ਚੀਜ਼ ਹੈ ਸਾਨੂੰ ਪਤਾ ਕਰਨਾ ਚਾਹੀਦਾ ਆ ਕੀ ਇਹ ਵਾਇਰਸ ਹੈ, ਤਾਂ ਕਾਹਤੇ ਆਪਣੇ ਗਵਰਨਮੈਂਟ ਨੇ ਸਾਨੂੰ ਘਰ 'ਚ ਰੱਖਿਆ ਹੈ। ਇਸ ਵਾਇਰਸ ਬਹੁਤ ਖਤਰਨਾਕ ਵਾਇਰਸ ਹੈ। ਬਿਮਾਰੀ ਦਾ ਨਾਮ ਹੈ COVID-19। This is the illness। ਜਿਹੜੀ ਐਕਟਿਵ ਵਾਇਰਸ ਹੈਗੀ ਆ ਉਹਦਾ ਨਾਮ ਹੈ SARS-CoV-2। This virus belongs to the coronavirus family। ਇਹ ਹੈਗੀ ਆ ਕਰੋਨਾ ਵਾਇਰਸ ਦੀ ਖਾਨਦਾਨ ਦੇ ਵਿੱਚ। ਇਸ ਵਾਇਰਸ ਮਿਊਟੇਟਡ ਵਾਇਰਸ ਹੈ। ਉਹਦਾ ਮਾਨਾ ਇਸ ਵਾਇਰਸ ਬਦਲ ਗਈ। ਇਹ ਹੁਣ ਇਹਦੀ ਇਨਕੂਬੇਸ਼ਨ ਪੀਰੀਅਡ ਜਿੰਨਾ ਚਿਰ ਲੱਗਦਾ ਆ ਪ੍ਰਗਟ ਹੋਣ ਲਈ ਹੈਗੀ ਆ ਅਪਰੋਕਸੀਮੇਟਲੀ 7 ਦਿਨ। ਸੋ ਸਾਨੂੰ 7 ਦਿਨਾਂ ਦੇ ਵਿੱਚ ਪਤਾ ਲੱਗਣਾ ਜੇ ਸਾਨੂੰ ਹੋ ਗਈ ਵਾਇਰਸ। ਉਹਦਾ ਮਾਨਾ ਹੈਗਾ ਆ ਜਦੋਂ ਆਪਾਂ ਬਾਹਰ ਜਾਂਦੇ ਆ ਤਾਂ ਸਾਨੂੰ ਵਾਇਰਸ ਹੋ ਗਈ। ਆਪਾਂ ਆਪਣੇ ਯਾਰ ਮਿੱਤਰਾਂ ਨਾਲ ਮਿਲਦੇ ਆ, ਆਪਣੇ ਕੰਮ ਦੇ ਕੋਲੀਗ ਦੇ ਨਾਲ ਮਿਲਦੇ ਆ, ਆਪਣੇ ਮਾਂ ਪੇ ਤਾਏ ਚਾਚੇ ਭਰਾ ਬੱਚੇ ਸਾਰਿਆਂ ਨੂੰ ਜਦੋਂ ਆਪਾਂ ਮਿਲਦੇ ਆ ਆਪ ਸਾਡੇ ਕੋਲ ਜੇ ਵਾਇਰਸ ਹੈਗੀ ਆਪਾਂ ਉਹਨਾਂ ਨੂੰ ਵੀ ਦੇ ਸਕਦੇ ਵਾਇਰਸ। ਸਾਨੂੰ ਤਾਂ ਪਤਾ ਨਹੀਂ ਸਾਨੂੰ ਹੋ ਗਈ ਵਾਇਰਸ। 7 ਦਿਨ ਲੱਗਣੇ ਆ, ਕਈਆਂ ਨੂੰ 14 ਦਿਨ ਲੱਗਦੇ ਆ, ਕਈਆਂ ਨੂੰ ਥੋੜੇ ਘੱਟ ਦਿਨ ਲੱਗਦੇ ਆ। ਬਟ ਜਦੋਂ ਸਾਨੂੰ ਪਤਾ ਲੱਗ ਗਿਆ ਸਾਡੇ ਕੋਲ ਵਾਇਰਸ ਹੈਗੀ ਆ, ਖੰਘ ਆ ਗਈ, ਬੁਖਾਰ ਚੜ ਗਿਆ ਸਾਨੂੰ, ਉਦੋਂ ਤਾਂ ਟੂ ਲੇਟ ਹੋ ਗਿਆ ਕਿਉਂਕਿ ਆਪਾਂ ਫਿਰ ਜਿਹੜੇ ਸਾਡੇ ਨਾਲ ਮਿਲਦੇ ਸੀਗੇ ਉਹਨਾਂ ਨੂੰ ਵੀ ਦੇ ਦਿੱਤੀ ਵਾਇਰਸ। ਇਹ ਫਿਰ ਜਦੋਂ ਉਹਨਾਂ ਨੂੰ ਵਾਇਰਸ ਹੋ ਗਿਆ ਜਾਂ ਉਹਨਾਂ ਨੂੰ ਵੀ 7 ਦਿਨ ਲੱਗਦੇ ਆ ਪਹਿਲਾਂ ਪਤਾ ਲੱਗਣਾ ਜੇ ਸਾਡੇ ਕੋਲ ਹੋ ਗਈ ਵਾਇਰਸ, ਉਹ ਫਿਰ ਉਹਨਾਂ ਨੂੰ ਦੇ ਦਿੰਦੇ ਆ। ਤਾਂ ਹੀ ਉਹ ਆਪਣੀ ਗਵਰਨਮੈਂਟ ਨੂੰ ਸਾਨੂੰ ਕਿਹਾ ਸਾਨੂੰ ਘਰ ਰਹਿਣਾ ਚਾਹੀਦਾ। ਆਪਣੀ UK ਲੋਕਡਾਊਨ ਦੇ ਵਿੱਚ
अपने गवर्नमेंट ने सानू 3 हिस्से 4 हिस्से दिते है। एक हैगा आइसोलेशन, सोशल डिस्टेंसिंग, दूजा हैगा सैल्फ आइसोलेशन, तीजा हैगा आ शील्डिंग, तो एक चौथा भी हैगा आ वो हैगा जे आपां होर मुल्क तो आए हैं सानू क्वारंटीन करना चाहिए। सारी यह इंफॉर्मेशन NHS वैबसाइट तो नाले गवर्नमेंट की वैबसाइट च है। कोशिश करना है तो आपां ज पढ़ सकते हैं तो वधिया होगा, साडे को थोड़ी जी फिर नॉलेज होगी। ताइयों सानू बहुत जरूरी है घर रहना चाहिए। घर रहन दे विच मैं हुण तुहाडे लई दसूंगा किवें आपां एक्सरसाइज कर सकदे। एक्सरसाइज हर इंसान लई बहुत जरूरी है। एक्सरसाइज रिड्यूसेस द रिस्क ऑफ इलनेस। बीमारियां दे लई लड़न वास्ते एक्सरसाइज बहुत लाभदायक है। अपनी गवर्नमेंट नूं सानू इस UK लॉकडाउन दे विच सानू दिता 1 घंटा बाहर जान लई। साडे लई ताज़ी हवा बहुत जरूरी है, अपने शरीर लई तो अपने मन लई। बाहर जाना बहुत जरूरी है। जे तुसी शील्डिंग करते हैं, जे तुहाडे कोल बाहर जा ही नहीं हो सकता, फिर मेरी सजैशन है आपां विंडो खोलो, रोशनदान खोलो तो हवा इदा लियो। जे आपां बाहर जा सकते फिर तुरना बहुत वधिया चीज़ है। बेस्ट एक्सरसाइज तुरना है। जे आपां पैदल जा सकते घंटे के लिए, यह बहुत वधिया चीज़ है। जे तुसी नठना आ जो हौली दौड़ना वो भी वधिया है। अपने आप जिन्ने कर सकते तुसी उन्ना वधिया आ। ज़्यादा नहीं करना, ज़्यादा जोर नहीं लाना, क्योंकि जदों आपां ज़्यादा जोर लाउंदे आ एकदम उदों नुकसान हुंदा। जदों आपां बाहर जाते हैं सानू सोशल डिस्टेंसिंग रैकमेंडेशनस करने चाहिए आ। ये सारे NHS दा गवर्नमेंट वैबसाइट ते है। आपां घर भी एक्सरसाइज कर सकते हैं। घर अजकल इंटरनेट ते सोशल मीडिया टेलीविजन बहुत प्रोग्राम मिलते हैं एक्सरसाइज करने में, बहुत है। अपने ऐप्स भी है मोबाइल फोन ते। जिहड़ा तुहानू पसंद लगदा एक्सरसाइज प्रोग्राम वो जरूर करो। मैं मुड़ के कहना चाहिदा जिन्ना तुसी कर सकते करो, ज़्यादा ना करो, ज़्यादा जोड़ ना पाओ। मैं बहुत देखे आ पहले के दिन पहले हफ्ते दे विच एक्सरसाइज करते आ, कदी एक्सरसाइज किता नहीं तो इंजरियां हो जांदियां आ। जिन्ना तुसी कर सकते वो करो तो हौली करो। अपनी ताकत अपनी स्टैमिना हौली हौली वधूगी। साडे कोल मेरे ख्याल 2 3 4 हफ्ते आपां लॉकडाउन च होना, साडे कोल चांस हैगा आ हौली हौली स्ट्रेंथ दा फिटनेस इंक्रीज करने वास्ते। होर एक्सरसाइज भी है। आपां गार्डनिंग कर सकते हैं। जे तुहाडे घर दे विच बच्चे है उन्हां नाल तुसी फुटबॉल भी खेल सकते हैं, बास्केटबॉल, जिहड़ी मर्जी बाहर गेमां खेलनियां वो भी वधिया एक्सरसाइज आ। जिन्ना आपां अपनी शरीर नूं हिल सकते हिला सकते उन्ना भी वधिया। जे नचना भंगड़ा पाउणा वो भी बहुत वधिया चीज़ है। हुण मैं तुहानूं थोड़ी जी न्यूट्रिशन खाण पीण दी गल करूँगा। हुण मैं सानूं दसूँगा सेहत वास्ते की चंगा है खाण लई। पहली चीज़ है जिन्ना आपां प्रोसैस्ड जंक फूड नहीं खाओगे उन्ना वधिया। प्रोसैस्ड फूड जिद्दां सॉसेज, बेकन, पिज़्ज़ा, क्रिस्प्स, चॉकलेट्स, जिहड़ी चीज़ आपां घर आप नहीं बनाई है
ਇਹ ਆਪਣੇ ਸਰੀਰ ਨੂੰ ਨੁਕਸਾਨ ਕਰ ਸਕਦੀ ਹੈ। ਹਾਰਟ ਅਟੈਕ, ਹਾਈ ਬਲੱਡ ਪ੍ਰੈਸ਼ਰ, ਡਾਇਬੀਟੀਜ਼ ਵਗੈਰਾ। ਮੈਂ ਇਦਾਂ ਨਹੀਂ ਕਹਿੰਦਾ ਆਪਾਂ ਨਾ ਖਾਈਏ, ਮੈਂ ਕਹਿੰਦਾ ਜਿੰਨਾ ਆਪਾਂ ਘੱਟ ਖਾ ਸਕਦੇ ਉਨਾ ਸਾਡੇ ਲਈ ਵਧੀਆ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸੁਜੈਸਟ ਕੀਤਾ ਇਸ ਲੋਕਡਾਊਨ ਵਿੱਚ ਜੇ ਆਪਾਂ ਆਪਣੀ ਇਮਿਊਨ ਸਿਸਟਮ, ਬਿਮਾਰੀ ਦੇ ਨਾਲ ਲੜਨ ਦੀ ਤਾਕਤ, ਆਪਣੀ ਇਮਿਊਨ ਸਿਸਟਮ ਆਪਾਂ ਵਧੀਆ ਕਰ ਸਕਦੇ, ਫਿਰ ਸਾਡੇ ਕੋਲ ਬੈਟਰ ਚਾਂਸ ਆਫ ਰਿਕਵਰੀ ਹੋਊਗੀ। ਇਮਿਊਨ ਸਿਸਟਮ ਨੂੰ ਵਧੀਆ ਬਣਾਉਣ ਲਈ ਕਈ ਵਿਟਾਮਿਨਸ ਜ਼ਰੂਰੀ ਹੈ। ਸਵੀਟ ਪੋਟੇਟੋ, ਸ਼ਕਰਕੰਦ, ਸਾਗ, ਸਪਿਨਚ ਵਿਟਾਮਿਨ A ਲਈ ਬਹੁਤ ਵਧੀਆ ਹੈ। ਵਿਟਾਮਿਨ C, ਬੈਰੀਜ਼, ਟਮਾਟੋ, ਤਾਂ ਬੜੀਆਂ ਮਿਰਚਾਂ, ਇਹਨਾਂ 'ਚ ਵਿਟਾਮਿਨ C ਬਹੁਤ ਹੈ। ਜ਼ਿੰਕ ਹੈ ਇੱਕ ਹੋਰ ਚੀਜ਼ ਆਪਣੇ ਇਮਿਊਨ ਸਿਸਟਮ ਲਈ ਬਹੁਤ ਵਧੀਆ। ਜ਼ਿੰਕ 'ਚ ਦੁੱਧ, ਦਹੀਂ ਤਾਂ ਬ੍ਰੈਡ ਤਾਂ ਆਪਣੀਆਂ ਰੋਟੀਆਂ ਵੀ ਵਧੀਆ ਹੈ। ਖਾਣਾ ਸਾਨੂੰ ਸਹਿਜ ਨਾਲ ਖਾਣਾ ਚਾਹੀਦਾ ਹੈ, ਆਪਾਂ ਜ਼ਿਆਦਾ ਨਹੀਂ ਖਾਣਾ। ਜਦੋਂ ਆਪਾਂ ਜ਼ਿਆਦਾ ਖਾਂਦੇ ਆਪਣਾ ਮਿਹਦਾ ਡਾਈਜੈਸਟਿਵ ਸਿਸਟਮ ਜ਼ਿਆਦਾ ਕੰਮ ਕਰਨਾ ਪੈਂਦਾ। ਸਾਨੂੰ ਸਾਰਿਆਂ ਨੂੰ ਪਤਾ ਪਾਣੀ ਹਾਈਡਰੇਸ਼ਨ ਲਈ ਬਹੁਤ ਵਧੀਆ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਜਿੰਨਾ ਪਾਣੀ ਆਪਾਂ ਸਹਿਜ ਨਾਲ ਪੀ ਸਕਦੇ ਸਾਨੂੰ ਪੀਣਾ ਚਾਹੀਦਾ। ਜਿੰਨੇ ਆਪਾਂ ਸਬਜ਼ੀਆਂ ਖਾਂਦੇ ਆ ਉਹਦੇ ਨਾਲ ਪਾਣੀ ਸਾਡੇ ਮਿਹਦੇ ਦੇ ਡਾਈਜੈਸ਼ਨ ਵਧੀਆ ਹੈ। ਇਸ ਲੋਕਡਾਊਨ ਵਿੱਚ ਗਵਰਨਮੈਂਟ ਦੀ ਸਿੱਖਿਆ ਦੇ ਨਾਲ ਕਈ ਜਾਣੇ ਕੰਮ ਤੇ ਨਹੀਂ ਜਾ ਸਕਦੇ, ਕਈ ਬੱਚੇ ਸਕੂਲ ਨਹੀਂ ਜਾ ਸਕਦੇ, ਕਈ ਜਾਣੇ ਇਕੱਲੇ ਰਹਿੰਦੇ ਹਨ। ਮੈਂਟਲ ਸਟ੍ਰੈਸ ਕੋਜ਼ ਕਰ ਸਕਦਾ ਹੈ, ਦਿਮਾਗ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹੈ। ਦਿਮਾਗ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ। ਕਮਿਊਨੀਕੇਸ਼ਨ ਬਹੁਤ ਲੋੜ ਹੈ। ਗੱਲਾਂ ਬਾਤਾਂ ਆਪਣੇ ਯਾਰ ਦੋਸਤਾਂ ਦੇ ਨਾਲ ਕਰਨੀਆਂ ਚਾਹੀਦੀਆਂ ਹੈ। ਹੱਸੋ ਮਖੌਲ ਕਰੋ। ਆਪਣੇ ਕੋਲ ਟੈਲੀਫੋਨ ਹੈ, ਵੀਡੀਓ ਕਾਲ ਹੋ ਜਾਂਦਾ ਅੱਜ ਕੱਲ੍ਹ। ਜਿੰਨਾ ਮਰਜ਼ੀ ਆਪਾਂ ਕਮਿਊਨੀਕੇਟ ਕਰ ਸਕਦੇ ਉਨਾ ਵਧੀਆ। ਦਿਮਾਗ ਨੂੰ ਤੰਦਰੁਸਤ ਰੱਖਣ ਲਈ ਆਪਾਂ ਕਿਤਾਬਾਂ ਪੜ੍ਹ ਸਕਦੇ। ਕਿਤਾਬਾਂ 'ਚ ਬਹੁਤ ਗਿਆਨ ਆ ਸਕਦੀ ਹੈ। ऑनलाइन कोर्सेज बहुत है, कंप्यूटर्स, बिजनेस स्टडीज, हेल्थ, जेरी मर्जी सब्जेक्ट अजकल मुफ्त भी बहुत कोर्सेज है। ਜਿਹੜੀਆਂ ਮੈਂ ਤੁਹਾਨੂੰ ਅੱਜ ਗੱਲਾਂ ਬਾਤਾਂ ਦਸੀਆਂ ਹੈ, ਮੈਂ ਆਸ਼ਾ ਰੱਖਦਾ ਹਾਂ ਇਹ ਤੁਹਾਨੂੰ ਲਾਭਦਾਇਕ ਹੋਏਗੀ। ਸਤਿ ਸ੍ਰੀ ਅਕਾਲ, ਰੱਬ ਰਾਖਾ। The hottest Black Friday offer is with Leica Mobile. You get a whopping 50% off when you buy UK Plan Mega this weekend. 40 gigabytes of data, unlimited UK minutes and texts, and 100 international minutes for just £10 this weekend. It's Black Friday madness from Leica Mobile. 50% off should not be missed. Visit leicamobile.co.uk for details. Offer is valid to new customers who shop online between 28th of November and 2nd of December 2019. Leica Mobile. हेस्टन हाइड वेस्ट लंदन के सबसे शानदार होटल्स में से एक with 303 air conditioned rooms and suites, one of the largest banquet spaces in London, meeting room for up to 1200 people, conferences, musical function, weddings या कोई भी गैदरिंग, मनपसंद भोजन, शानदार आयोजन और बेहतरीन वेन्यू, 400 गाड़ियों की पार्किंग के साथ। Heston Hyde. For bookings, call 0208 572 1818.
हिंदू धर्म विश्व का एक महान धर्म है जो विश्व में शांति फैलाने वाला एक ही धर्म है। इसी धर्म की चर्चा के लिए लेट अस टॉक हिंदुइज्म में MATV के माध्यम से आपसे अनुरोध है कि इसको हर रविवार 8:30 से 9:30 अवश्य देखें। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਗੁਰਦੁਆਰਾ ਮੀਰੀ ਪੀਰ ਸਾਹਿਬ ਵੱਲੋਂ ਜਿਹੜਾ ਵੀ ਪ੍ਰੋਗਰਾਮ ਅਸੀਂ ਸੋਮਵਾਰ 9:15 ਤੋਂ 10:15 ਔਰ ਸ਼ੁੱਕਰਵਾਰ 8:30 ਤੋਂ 9:30 ਅਸੀਂ ਪੰਥ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਦਿੰਦੇ ਹਾਂ। ਉਸ ਵਿੱਚ ਅਸੀਂ ਵੀ ਚਾਹੁੰਦੇ ਹਾਂ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਕਰਨ। MATV ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦਾ ਹੈ ਔਰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਬਿਲਕੁਲ ਸੱਚ ਤੇ ਆਧਾਰਿਤ ਹੈ, ਸੱਚ ਦੀ ਆਵਾਜ਼ ਬਣਦਾ ਹੈ ਔਰ ਇੱਦਾਂ ਸੱਚ ਦੀ ਆਵਾਜ਼ ਤੇ ਪਹਿਰਾ ਦੇਣਾ ਕੋਈ ਸੌਖੀ ਗੱਲ ਨਹੀਂ ਹੈ। ਸਾਨੂੰ ਸੰਗਤਾਂ ਦਾ ਸਾਥ ਚਾਹੀਦਾ ਹੈ, ਅਸੀਂ ਸੰਗਤਾਂ ਦੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਹਰਜਾਬ। ਹਾਂਜੀ ਵੈਲਕਮ ਬੈਕ। ਹੋਪਫੁਲੀ ਤੁਸੀਂ ਮਨਜੀਤ ਦੀ ਐਡਵਾਈਸ ਲਾਈਕ ਕੀਤੀ ਹੈ, ਜੋ ਵੀ ਕਹਿ ਰਹੇ ਆ ਤੇ ਸਮਝ ਆ ਗਈ ਤੁਹਾਡੇ। ਹੁਣ ਨੀਸ਼ਾ ਦੀ ਐਡਵਾਈਸ ਸੁਣੋ। ਨੀਸ਼ਾ ਤੁਹਾਨੂੰ ਐਡਵਾਈਸ ਦੱਸੇਗੀ ਜੀ, ਔਰ ਨੀਸ਼ਾ ਇਜ਼ ਅ ਨਰਸ ਇਨ ਬੈਡਫੋਰਡ ਔਨ ਦ ਫਰੰਟ ਲਾਈਨਸ, ਔਰ ਇਹ ਤੁਹਾਨੂੰ ਅੱਖੀ ਆਪਣਾ ਦੇਖਿਆ ਹਾਲ ਦੱਸੇਗੀ ਕਿ ਹਸਪਤਾਲਾਂ 'ਚ ਕੀ ਹੋ ਰਿਹਾ ਇਸ ਵੇਲੇ ਕੀ ਨਹੀਂ, ਤੇ ਆਪਣੇ ਟਿਪਸ ਦਊਗੀ ਕਿ ਹਸਪਤਾਲ ਤੁਸੀਂ ਨਾ ਹੀ ਪਹੁੰਚੋ ਤਾਂ ਬੈਟਰ ਆ, ਹਸਪਤਾਲ ਤੋਂ ਕਿੱਦਾਂ ਦੂਰ ਰਹਿਣਾ ਅਸੀਂ। ਸੋ ਇੰਜੋਏ ਕਰੋ ਤੁਸੀਂ ਇਹ, ਖਾਣੇ ਪਾਓ ਗੱਲ। ਸਭ ਇਹ ਸਲਾਹ ਤਾਂ ਦਿੱਤੀ ਜਾਂਦੀ ਤਾਂ ਕਿ ਤੁਹਾਡੇ ਖਾਣੇ ਗੱਲ ਪਵੇ, ਨਹੀਂ ਤਾਂ ਬਾਰ-ਬਾਰ ਕੰਧ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ, ਨਾ ਕੋਈ ਕਰਨਾ ਚਾਹੁੰਦਾ ਜੀ, ਕਿ ਆਪਣਾ ਟਾਈਮ ਕੋਈ ਨਹੀਂ ਖਰਾਬ ਕਰਨਾ ਚਾਹੁੰਦਾ। ਸਿਰਫ ਇੱਕੋ ਹੀ ਚੀਜ਼ ਆ ਜੋ ਵੇਸਟਡ ਪੈਸਿਆਂ ਨਾਲੋਂ ਜ਼ਿਆਦਾ ਹੈ, ਉਹ ਹੈਗਾ ਕੀਮਤੀ, ਔਰ ਉਹ ਹੈਗਾ ਵੇਸਟਡ ਟਾਈਮ। ਖਰਚੋ ਪੈਸੇ ਬਰਬਾਦ ਕੀਤੇ ਤਾਂ ਮੁੜ ਕੇ ਬਣ ਜਾਂਦੇ ਆ। ਵਕਤ ਖਰੀਦ ਕੇ ਦੱਸੋ ਮੈਨੂੰ ਵਕਤ ਖਰੀਦ ਕੇ ਦੱਸ ਦਿਓ, ਨਹੀਂ ਮਿਲਦਾ। ਜੋ ਬੀਤ ਗਿਆ ਤਾਂ ਸਾਰਿਆਂ ਦਾ ਟਾਈਮ ਕੀਮਤੀ ਹੁੰਦਾ, ਉਸ ਹਿਸਾਬ ਨਾਲ ਰਿਸਪੈਕਟ ਕਰੀਦੀ ਹੁੰਦੀ ਇਹਨਾਂ ਦੀ। ਥੈਂਕ ਯੂ ਟੂ all the people who made videos for my show. If you want to do the same, then by all means you can email me like I said, and we'll try and get your information across to the public. So thank you very much. ਮਿਲਦੇ ਹਾਂ ਜੀ ਫਰਾਈਡੇ ਨੂੰ। Good evening ladies and gentlemen. ਨਮਸਕਾਰ, ਜੈ ਮਾਤਾ ਦੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਮੈਨੂੰ ਇੱਕ ਵਾਰ ਹੋਰ ਮੌਕਾ ਮਿਲਿਆ ਹੋਇਆ ਹਰਜਾਬ ਬੈਂਗਲ ਦੇ ਸ਼ੋਅ ਦੇ ਉੱਤੇ ਆਉਣ ਲਈ, ਤੁਹਾਨੂੰ ਕਰੋਨਾ ਵਾਇਰਸ ਬਾਰੇ ਹੋਰ ਦੱਸਣ ਲਈ, ਤਾਂ ਇਹਦੇ ਵਿੱਚ ਕਿੰਨੇ ਇਫੈਕਟਸ ਹੋ ਰਿਹਾ ਦੁਨੀਆ ਵਿੱਚ। ਮੈਂ ਇੱਥੇ ਇਸ ਲਈ ਦੁਬਾਰਾ ਆਈ ਹੋਈ ਹਾਂ ਕਿਉਂਕਿ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਕਿ ਬਹੁਤ ਹੀ ਜ਼ਰੂਰੀ ਆ ਤੁਸੀਂ ਘਰ ਬੈਠੋ। ਹਜੇ ਵੀ ਗਵਰਨਮੈਂਟ ਨੇ ਤੁਹਾਨੂੰ ਹੋਰ ਵੀ ਐਡਵਾਈਸ ਦਿੱਤੀ ਹੋ ਕਿ 3 ਹੋਰ ਹਫ਼ਤੇ ਹੈਗੇ ਆ ਜਿਹਨੇ ਕਿ ਤੁਹਾਨੂੰ ਘਰ ਬੈਠਣਾ ਚਾਹੀਦਾ। ਇਹ ਬਹੁਤ ਜ਼ਰੂਰੀ ਆ ਤੁਹਾਡੇ ਲਈ, ਤਾਂ ਸਾਡੇ ਬਾਕੀ ਪੇਸ਼ੈਂਟਸ ਲਈ, ਤਾਂ NHS ਸਟਾਫ ਲਈ ਵੀ। ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿਉਂਕਿ ਕਈ ਵਾਰ ਕਰੋਨਾ ਵਾਇਰਸ ਨਾਲ ਇਹ ਵੀ ਹੋ ਸਕਦਾ ਕਿ ਕਈਆਂ ਨੂੰ ਸਿੰਪਟਮਸ ਹੁੰਦੀਆਂ ਵੀ ਨਹੀਂ ਕਰੋਨਾ ਵਾਇਰਸ ਦੀ, ਤੁਹਾਨੂੰ ਪਤਾ ਵੀ ਨਹੀਂ ਕਿ ਇਹ ਸਿੰਪਟਮਸ ਹੈਗੇ ਆ। ਕਈਆਂ ਨੂੰ ਸਿੰਪਟਮਸ ਹੁੰਦੇ ਆ ਪਰ ਬਹੁਤ ਮਾਈਲਡ ਵੀ ਹੁੰਦੇ ਆ, ਕਈਆਂ ਨੂੰ ਬਹੁਤ ਬੈਡ ਹੁੰਦੇ ਸਿੰਪਟਮਸ, ਉਹ ਕਾਫੀ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੋ ਜਾਂਦੀ ਆ, ਉਹਨਾਂ ਨੂੰ ITU ਵਿੱਚ ਜਾਣਾ ਪੈਂਦਾ, ਜੋ ਕਿ ਸਾਡੀ ਇੰਟੈਂਸਿਵ ਕੇਅਰ ਯੂਨਿਟ ਹੈਗੀ ਆ। ਇਹ ਬਹੁਤ ਹੀ ਜ਼ਰੂਰੀ ਆ ਕਿ ਤੁਸੀਂ ਘਰ ਬੈਠੋ। ਮੈਂ ਇਸ ਲਈ ਕਹਿੰਦੀ ਆ ਕਿਉਂਕਿ ਤੁਹਾਡੇ ਕੋਲ ਸਿੰਪਟਮਸ ਹੋ ਸਕਦੇ ਆ, ਤੁਹਾਨੂੰ ਪਤਾ ਵੀ ਨਹੀਂ ਤੁਹਾਡੇ ਕੋਲ ਕਰੋਨਾ ਵਾਇਰਸ ਹੈਗਾ ਜਾਂ ਨਹੀਂ ਹੈਗਾ, ਠੀਕ ਹੈ। ਤੁਸੀਂ ਬਾਹਰ ਜਾਓਗੇ, ਕਿਸੇ ਹੋਰ ਬੰਦੇ ਨੂੰ ਤੁਸੀਂ ਕਰੋਨਾ ਵਾਇਰਸ ਦੇ ਸਕਦੇ ਆ, ਤਾਂ ਜਿਹੜਾ ਉਹ ਬੰਦਾ ਆ ਉਹਨੂੰ ਬਹੁਤ ਹੀ ਕ੍ਰਿਟੀਕਲ ਕਰ ਸਕਦੇ ਆ ਤੁਸੀਂ। ਤੁਹਾਨੂੰ ਪਤਾ ਵੀ ਨਹੀਂ ਕਿ ਉਸ ਬੰਦੇ ਨੂੰ ICU ਵਿੱਚ ਜਾਣਾ ਪੈਣਾ, ਕੀ ਉਹਦੇ ਹੈਲਥ ਪ੍ਰੋਬਲਮਸ ਹੈਗੇ ਆ, ਕਿ ਉਹਨਾਂ ਨੂੰ ਹੋਰ ਵੀ ਬਿਮਾਰੀਆਂ ਹੈਗੀਆਂ ਆ, ਤੇ ਉਹ ਸਫਰ ਕਰ ਸਕਦਾ ਬੰਦਾ ਤੁਹਾਡੇ ਨਾਲੋਂ ਵੀ ਜ਼ਿਆਦਾ। ਤਾਂ ਕਈਆਂ ਨੂੰ ਇਹ ਜਿਹੜੀ ਬਿਮਾਰੀ ਆ ਤੁਹਾਨੂੰ ਪਤਾ ਵੀ ਨਹੀਂ ਕਿ ਤੁਹਾਡੇ ਕੋਲ ਹੈਗੀ ਆ ਜਾਂ ਨਹੀਂ ਹੈਗੀ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ। ਇੱਕ ਮੇਰੇ ਬ੍ਰਦਰ ਤੇ ਮੇਰੇ ਡੈਡ ਨੂੰ ਕਰੋਨਾ ਵਾਇਰਸ ਹੋਇਆ ਸੀ। 4 ਹਫ਼ਤੇ ਹੋ ਗਏ ਉਹਨਾਂ ਨੂੰ, ਜਿੱਦਾਂ ਉਹ ਬਹੁਤ ਹੀ ਬਿਮਾਰ ਰਹੇ ਸੀ, ਆਪਣੇ ਆਪਣੇ ਰੂਮ ਵਿੱਚ ਰਹਿੰਦੇ ਸੀ। ਮੇਰਾ ਜਿਹੜਾ ਬ੍ਰਦਰ ਹੈ ਉਹ ਮੈਕਸੀਕੋ ਗਿਆ ਸੀ ਲੋਕਡਾਊਨ ਤੋਂ ਪਹਿਲਾਂ, ਸੋ ਇਸ ਸਭ ਹੋਣ ਤੋਂ ਪਹਿਲਾਂ ਉੱਥੇ ਗਿਆ ਸੀ ਹੌਲੀਡੇ ਤੇ। ਉਹਨੂੰ ਪਤਾ ਨਹੀਂ ਉਹ ਕਿਸੇ ਨਾਲ ਇਨ ਟੱਚ ਹੋਇਆ ਹੋਊਗਾ ਜਿਹਦੇ ਕੋਲ ਕਰੋਨਾ ਵਾਇਰਸ ਹੈਗਾ। ਉਹ ਪਹਿਲਾਂ ਤਾਂ ਉਹਦੀ ਬਹੁਤ ਹੀ ਜ਼ਿਆਦਾ ਬੈਡ ਖੰਘ ਸੀਗੀ, ਤਾਪ ਵੀ ਬਹੁਤ ਸੀ, ਫੀਵਰ ਸੀਗਾ, ਤੇ 3-4 ਹਫ਼ਤੇ ਬਹੁਤ ਬਿਮਾਰ ਰਹੇ।
ਉਹਨਾਂ ਨੂੰ ਐਂਬੂਲੈਂਸ ਵੀ ਸੱਦੀ ਸੀ, ਉਹਨਾਂ ਨੇ ਐਂਬੂਲੈਂਸ ਸੱਦੀ, ਐਂਬੂਲੈਂਸ ਨੇ ਵੀ ਕਿਹਾ ਸੀ ਕਿ ਤੁਹਾਨੂੰ ਹਜੇ ਸਾਹ ਦੀ ਪ੍ਰੋਬਲਮ ਇੰਨੀ ਹੈਗੀ ਨਹੀਂ ਕਿ ਤੁਸੀਂ ਬੈਠੇ ਰਹਿ ਕੇ ਤੁਸੀਂ ਘਰ ਬੈਠੋ, ਠੀਕ ਆ। ਉਹਨੂੰ ਹੋਇਆ ਸੀ, ਫਿਰ ਮੇਰੇ ਡੈਡ ਨੂੰ ਉਸ ਤੋਂ ਹੋ ਗਿਆ। ਮੇਰੇ ਡੈਡ ਇੱਕ ਇਦਾਂ ਦਾ ਬੰਦਾ 6 ਫੁੱਟ tall and he does not faint at all, ਤੇ ਇਹ ਮੇਰੇ ਡੈਡ ਜੋ ਹੈ ਉਹ ਵੀ ਬੇਹੋਸ਼ ਹੋ ਗਏ ਸੀ ਇਸ ਕਰੋਨਾ ਵਾਇਰਸ ਨਾਲ। ਮਤਲਬ ਕਿ ਤੁਹਾਨੂੰ ਪਤਾ ਵੀ ਨਹੀਂ ਕਿ ਸਿੰਪਟਮਸ ਕਦੋਂ ਹੋਣੇ, ਇੱਕ ਦਿਨ ਤੁਸੀਂ ਠੀਕ ਆ, 2 ਦਿਨ ਤੁਸੀਂ ਨਹੀਂ ਠੀਕ, ਇੱਕ ਦਿਨ ਫਿਰ ਠੀਕ। ਤੁਹਾਨੂੰ ਇੰਨੀ ਥਕਾਵਟ ਦਿੰਦੀ ਨਾ ਇਹ ਵਾਇਰਸ ਕਿ ਤੁਸੀਂ ਉੱਠ ਵੀ ਨਹੀਂ ਸਕਦੇ। ਐਂਡ ਇਸ ਤੋਂ ਜ਼ਿਆਦਾ ਹਾਰਡ ਪਤਾ ਕੀ ਹੈ ਕਿ ਤੁਸੀਂ ਕਿਸੇ ਦੀ ਹੈਲਪ ਵੀ ਨਹੀਂ ਕਰ ਸਕਦੇ ਵਾਇਰਸ ਦੇ ਵਿੱਚ, ਤੁਸੀਂ ਉਹਨਾਂ ਦੇ ਘਰ ਨਹੀਂ ਜਾ ਸਕਦੇ। ਮੈਂ ਇੰਨੀ ਦੂਰ ਬੈਠੀ ਸੀ ਆਪਣੇ ਮਮ ਡੈਡ ਕੋਲ, ਮੈਂ ਉਹਨਾਂ ਕੋਲ ਵੀ ਨਹੀਂ ਹੈਲਪ ਕਰਨ ਗਈ। ਉਹਨਾਂ ਕੋਲ ਇੰਨੀ ਫੈਮਿਲੀ ਆ ਜਿੱਥੇ ਉਹ ਹੈਗੇ ਆ, ਤੇ ਉਹਨਾਂ ਕੋਲ ਵੀ ਨਹੀਂ ਹੈਲਪ ਇੰਨੀ ਹੋ ਸਕਦੀ। ਉਹ ਸਿਰਫ ਬਾਹਰੋਂ ਸਮਾਨ ਫੜਾਉਂਦੇ ਸੀ, ਇੱਕ ਬੰਦਾ ਜਾਂਦਾ ਸੀ। ਤੇ ਇਹਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਕਹਿੰਦੀ ਹੁੰਦੀ ਹਾਂ ਕਿ ਪਲੀਜ਼ ਤੁਸੀਂ ਘਰ ਰਹੋ, ਇਹ ਬਹੁਤ ਜ਼ਰੂਰੀ ਆ। ਅਸੀਂ ਨਰਸਿਸ ਜੋ ਹੈਗੇ ਆ, ਸਾਨੂੰ ਇੰਨਾ ਰਿਸਕ ਆ, ਅਸੀਂ ਕੰਮ ਤੇ ਵੀ ਜਾਂਦੇ ਆ। ਮੈਂ ਤੁਹਾਨੂੰ ਹੋਰ ਵੀ ਐਗਜ਼ਾਮਪਲ ਦਿੰਦੀ ਆ। ਕੱਲ ਪਰਸੋਂ ਦੀ ਗੱਲ ਹੈ, ਇੱਥੇ ਇੱਕ ਪੇਸ਼ੈਂਟ ਸੀ ਐਂਡ ਇੱਦਾਂ ਦੇ ਬਹੁਤ ਐਗਜ਼ਾਮਪਲਸ ਆ, ਮੈਂ ਸ਼ੋਰ ਹੈ ਡਾਕਟਰਸ ਨਰਸਿਸ ਕੋਲ ਬਹੁਤ ਹੈਗੇ ਆ ਇੱਦਾਂ ਦੇ ਐਗਜ਼ਾਮਪਲਸ। ਜਿਹੜੇ ਪੇਸ਼ੈਂਟ ਆਉਂਦੇ ਆ ਨਾ, ਜਦੋਂ ਉਹ ਪੂਰੇ ਵੀ ਹੁੰਦੇ ਆ, ਅਸੀਂ ਉਹਨਾਂ ਦੀ ਫੈਮਿਲੀ ਨੂੰ ਵੀ ਨਹੀਂ ਆਉਣ ਦਿੰਦੇ ਹਸਪੀਟਲ ਦੇ ਵਿੱਚ, ਕਿਉਂਕਿ ਜੇ ਉਹ ਆਏ ਉਹਨਾਂ ਨੂੰ ਵੀ ਵਾਇਰਸ ਹੋ ਸਕਦਾ। ਇੰਨੀ ਰਿਸਕੀ ਗੱਲ ਆ, ਕਿੰਨੀ ਇਹ ਬਿਮਾਰੀ ਬਹੁਤ ਹੀ ਲੋਨਲੀ ਬਿਮਾਰੀ ਆ, ਤੁਹਾਨੂੰ ਅਕੇਲਾ ਕਰ ਦਿੰਦੀ ਆ। ਤੇ ਸਾਡੇ ਨਰਸਿਸ ਲਈ ਕਿਹੜਾ ਈਜ਼ੀ ਆ, ਸਾਨੂੰ ਵੀ ਉੱਥੇ ਦੇਖਣਾ ਪੈਂਦਾ ਹੈ ਕਿ ਲੋਕੀ ਮਰਦੇ ਪਏ ਆ, ਤੇ ਕਈ ਸਰਵਾਈਵ ਵੀ ਕਰਦੇ। ਮੈਂ ਇਦਾਂ ਨਹੀਂ ਕਹਿੰਦੀ ਕਿ ਸਿਰਫ ਡੈਥ ਰੇਟ ਇੰਨੇ ਹੁੰਦੇ ਆ, ਕਈ ਸਰਵਾਈਵ ਵੀ ਕਰ ਜਾਂਦੇ ਆ, ਪਰ ਇਹ ਬਹੁਤ ਜ਼ਰੂਰੀ ਆ। ਮੈਂ ਉਸ ਪੇਸ਼ੈਂਟ ਨਾਲ ਬੈਠੀ ਸੀ, ਉਹ ਪੂਰੇ ਹੋਣ ਲੱਗੇ ਸੀ, ਤਾਂ ਮੈਂ ਸਿਰਫ ਉਹਨਾਂ ਦਾ ਹੱਥ ਫੜਿਆ। ਮੇਰੇ ਕੋਲ ਇੰਨੇ ਇਕਵਿਪਮੈਂਟ ਪਾਇਆ ਹੋਇਆ ਸੀ, ਮਾਸਕ ਮੇਰੇ ਇੰਨੇ ਵੱਡੇ ਪਾਏ ਹੋਏ ਸੀ, ਏਪਰਨਸ, ਇੱਕ ਫੁੱਲ ਯੂਨੀਫਾਰਮ ਹੁੰਦੀ ਹੈ ਤੁਹਾਡੇ ਹੱਥਾਂ ਤੱਕ, ਇੱਥੇ ਤੱਕ ਜਾਂਦੀ ਆ, ਗਲਵਸ 2 ਪਾਉਣੇ ਅਸੀਂ, ਹੈਟ ਪਾਉਣੀ ਪੈਂਦੀ ਆ ਪੈਰਾਂ ਦੇ ਉੱਤੇ, ਸ਼ੂ ਦੇ ਵਿੱਚ ਜਿੱਦਾਂ ਸ਼ੂ ਦੇ ਉੱਪਰ ਤੁਹਾਨੂੰ ਇੱਕ ਜਿੱਦਾਂ ਕਵਰ ਮਿਲਦਾ ਉਹ ਵੀ ਪਾਉਣਾ ਪੈਂਦਾ, ਤੁਹਾਨੂੰ ਬਿਲਕੁਲ ਸਾਹ ਨਹੀਂ ਆਉਂਦਾ ਉਹਦੇ ਵਿੱਚ। ਤੇ ਉਸ ਪੇਸ਼ੈਂਟ ਦੇ ਨਾਲ ਮੈਂ ਬੈਠੀ, ਉਹਨਾਂ ਨੂੰ ਮੈਂ ਹੌਸਲਾ ਦਿੱਤਾ। ਉਹਨਾਂ ਨੇ ਵੈਂਟੀਲੇਟਰ ਲਾਇਆ ਸੀ ਉਹਨਾਂ ਦੇ, ਤੇ ਮੈਨੂੰ ਪਤਾ ਸੀ ਉਹਨਾਂ ਨੇ ਬਚਣਾ ਨਹੀਂ ਸੀ। ਉਹਨਾਂ ਦਾ ਹੱਥ ਫੜ ਕੇ ਮੈਂ ਉਹਨਾਂ ਨੂੰ ਹੌਸਲਾ ਦਿੱਤਾ। I said to them, I'm with you today, you've done very well, you're not here on your own. And ਜਦੋਂ ਤੁਸੀਂ ਇਦਾਂ ਕਹਿੰਦੇ ਉਹਨਾਂ ਨੂੰ, ਤੁਹਾਨੂੰ ਇੰਨਾ ਫੀਲ ਹੁੰਦਾ ਐਜ਼ ਅ ਨਰਸ, ਤੁਹਾਨੂੰ ਇਦਾਂ ਫੀਲ ਹੁੰਦਾ ਕਿ ਤੁਸੀਂ ਹੈਲਪਲੈਸ ਆ, ਤੁਸੀਂ ਉਹਨਾਂ ਦੀ ਫੈਮਿਲੀ ਨੂੰ ਵੀ ਨਹੀਂ ਆਉਣ ਦੇ ਸਕਦੇ। ਸੋ ਜੋ ਬੈਸਟ ਚੀਜ਼ ਤੁਸੀਂ ਕਰ ਸਕਦੇ ਸੀ ਤੁਸੀਂ ਕੀਤੀ, ਉਹਨਾਂ ਨਾਲ ਬੈਠੇ, ਉਹਨਾਂ ਨੂੰ ਪ੍ਰੇ ਕੀਤਾ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। And eventually, sadly, that person passed away. And it was very difficult for me because obviously you do get a bit of post-trauma. You almost, feel like very helpless to help these people in hospital. What can you do? You can't even say to them, you'll make it through, because actually the fact is you're not going to. So it's very important that we follow the rules and the guidance that we've been given from the government to stay at home. If you're going shopping, why not just send one person shopping and think about your shopping list? What is really important? I mean, ਜਿਹੜੇ ਪੰਜਾਬੀ ਕਮਿਊਨਿਟੀ ਆ, ਅਸੀਂ ਇੰਨੇ ਲੱਕੀ ਆ, ਅਸੀਂ ਦਾਲ ਵੀ ਬਣਾ ਸਕਦੇ, ਦਾਲ ਤੁਹਾਡੀ ਮੁੱਕਦੀ ਨਹੀਂ ਹੈਗੀ। You can make ਦਾਲਾਂ, ਸਬਜ਼ੀਆਂ, ਰੋਟੀਆਂ, things like that is much more better to be making at home instead of shopping every 5 minutes. If you're going to go shopping, go make a list and just do it once and for all. Maybe once every 2 weeks. Yeah, I understand sometimes ਤੁਹਾਡੀ ਫੈਮਿਲੀ ਵਿੱਚ ਹੋਰ ਵੀ ਮੈਂਬਰਸ ਹੁੰਦੇ ਆ and ਕਈ ਚੀਜ਼ਾਂ ਨਹੀਂ ਹੁੰਦੀਆਂ, but ਜੇ ਤੁਸੀਂ ਸ਼ਾਪਿੰਗ ਜਾਣਾ, ਤੁਸੀਂ ਇੱਕ ਬੰਦੇ ਨੂੰ ਭੇਜ ਦਿਓ instead of 2 of you going out. Many shopping centers or shopping like grocery stores, like Sainsbury's and all these things, only letting 1 people in anyway, which is much better. ਜਿਹੜੇ ਤੁਹਾਡੇ ਕੋਲ ਨਿਆਣੇ ਵੀ ਹੈਗੇ ਆ, ਤੁਸੀਂ ਨਿਆਣਿਆਂ ਨੂੰ ਘਰ ਬਿਠਾ ਕੇ ਰੱਖੋ। ਤੁਸੀਂ ਇੱਕ ਵਾਰੀ ਐਕਸਰਸਾਈਜ਼ ਜਾ ਸਕਦੇ ਆ, you can take them for a walk, but don't take a long time going for that walk. Make sure it is an exercise and it's not playtime. Obviously we all need a bit of fresh air ਹਰ ਬੰਦੇ ਨੂੰ ਚਾਹੀਦੀ ਆ, ਮੈਂ ਸਮਝਦੀ ਹਾਂ ਇਸ ਚੀਜ਼ ਨੂੰ, ਪਰ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਰੂਲਸ ਨੂੰ ਬਹੁਤ ਫੋਲੋ ਕਰੋ। You don't want to get ill. It is not a nice experience to be watching these people in these situations. It's not nice. Obviously, it's even worse that you can't help them, and that's why I'm advising you that you stay at home. In terms of hand washing, ਆਪਣੇ ਹੱਥ ਤੁਸੀਂ ਧੋਇਆ ਕਰੋ। Obviously ਤੁਹਾਨੂੰ 20 ਸੈਕਿੰਡ ਚਾਹੀਦੇ ਹੁੰਦੇ ਹੱਥ ਧੋਣ ਨੂੰ। ਮੈਂ ਤੁਹਾਨੂੰ later on hand demonstration ਦਊਂਗੀ hand washing ਦਾ।
ਐਂਡ ਤੁਹਾਨੂੰ ਦੱਸੂਗੀ ਕਿ ਕਿੱਥੇ ਕਿੱਥੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਹੱਥ ਕਿੱਦਾਂ ਧੋਣੇ ਆ। I know ਤੁਹਾਨੂੰ silly, it might sound very silly, but actually it's not silly. There's a certain way of washing your hands to help reduce this virus, so you must follow that. As you know as well, within this virus ਮੈਂ ਦੇਖਿਆ ਹੋਇਆ ਕਿ ਘਰ ਦੇ ਵਿੱਚ ਕਈ ਲੋਕਾਂ ਨੂੰ ਐਂਜ਼ਾਇਟੀ ਵੀ ਹੋ ਜਾਂਦੀ ਆ, you know, and it's really difficult because ਤੁਸੀਂ ਹਰ ਦਿਨ every day ਤੁਹਾਨੂੰ ਘਰ ਬੈਠਣਾ ਪੈਂਦਾ। ਈਵਨ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ ਮੇਰੇ ਡੈਡ ਦਾ ਤੇ ਮੇਰੇ ਬ੍ਰਦਰ ਦਾ, ਇੱਕ ਰੂਮ ਵਿੱਚ ਉਹਨਾਂ ਨੂੰ ਬੈਠਣਾ ਪਿਆ ਸੀ। ਸੋ ਮੇਰੇ ਡੈਡ ਉੱਪਰ ਸੀ ਡਿਫਰੈਂਟ ਰੂਮ ਦੇ ਵਿੱਚ, ਮੇਰਾ ਬ੍ਰਦਰ ਨੀਚੇ ਸੀਗਾ ਉਹ ਡਿਫਰੈਂਟ ਰੂਮ ਦੇ ਵਿੱਚ, ਤਾਂ ਮੇਰੀ ਮੰਮੀ ਵਿਚਾਰੀ ਉਹਨਾਂ ਨੂੰ ਬਿਲਕੁਲ ਵੀ ਨਹੀਂ ਆਉਣ ਦਿੱਤਾ ਉਹਨਾਂ ਦੇ ਨੇੜੇ। ਐਂਡ ਈਵਨ ਮੰਮੀ ਮੇਰੇ ਘਰ ਦੇ ਵਿੱਚ ਹੋ ਕੇ ਵੀ she couldn't actually help, ਉਹਨਾਂ ਦੀ ਹੈਲਪ ਨਹੀਂ ਕਰ ਪਾਈ ਕਿਉਂਕਿ ਉਹਨਾਂ ਨੂੰ ਵੀ ਹੋ ਸਕਦਾ ਸੀ ਵਾਇਰਸ, ਉਹਨਾਂ ਨੂੰ ਵੀ ਰਿਸਕ ਹੈ, ਉਹਨਾਂ ਦੇ ਹੈਲਥ ਪ੍ਰੋਬਲਮਸ ਬਹੁਤ ਆ। ਸੋ ਤੁਹਾਨੂੰ ਇਹਦੇ ਨਾਲ ਦੇਖਣਾ ਚਾਹੀਦਾ ਤੇ ਘਰ ਦੇ ਵਿੱਚ ਵੀ God forbid ਤੁਹਾਨੂੰ ਕਿਸੇ ਨੂੰ ਹੋਇਆ, how to deal with it. And the main way to deal with it is basically isolate that person and also be careful yourself. ਜੇ ਤੁਸੀਂ ਉਸ ਬੰਦੇ ਨੂੰ ਕੁਝ ਦੇਣਾ ਹੋਇਆ, ਜਿੱਦਾਂ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਬਿਮਾਰੀ ਹੋ ਗਈ ਹੈ, ਉਹਨੂੰ ਇੱਕ ਰੂਮ ਵਿੱਚ ਬਿਠਾ ਕੇ ਰੱਖੋ। ਮੈਂ ਸਮਝਦੀ ਹਾਂ ਇਹ ਚੀਜ਼ ਨਾਈਸ ਨਹੀਂ ਹੈਗੀ, ਇਟਸ ਨਾਟ ਨਾਈਸ, ਬਟ ਜੇ ਤੁਸੀਂ ਆਪਣੀ ਫੈਮਿਲੀ ਨੂੰ ਬਚਾਉਣਾ ਆ, ਦਿਸ ਇਜ਼ ਦ ਬੈਸਟ ਵੇ ਟੂ ਡੂ ਇਟ। ਸੋ ਆਪਣੇ ਘਰ ਦੇ ਵਿੱਚ ਇੱਕ ਰੂਮ ਵਿੱਚ ਉਹਨਾਂ ਨੂੰ ਬਿਠਾ ਕੇ ਰੱਖੋ। ਜੇ ਤੁਸੀਂ ਉਹਨਾਂ ਨੂੰ ਕੋਈ ਸਮਾਨ ਫੜਾਉਣਾ, ਉਹਨੂੰ ਡੋਰ ਦੇ ਬਾਹਰ ਛੱਡ ਦਿਓ, ਜਿੱਦਾਂ ਕੋਈ ਦਵਾਈ ਹੋਵੇ ਜਾਂ ਖਾਣ ਪੀਣ ਨੂੰ ਡੋਰ ਦੇ ਬਾਹਰ ਰੱਖੋ ਉਹਦੇ, ਤੇ ਉਹਨਾਂ ਨੂੰ ਇੱਦਾਂ ਹੈਲਪ ਕਰੋ ਕਿਉਂਕਿ ਦੈਟਸ ਦੀ ਓਨਲੀ ਵੇ ਯੂ ਕੈਨ ਡੂ ਇਟ। If you need help, ਤੁਸੀਂ ਉਹਨਾਂ ਨੂੰ ਕਹੋਗੇ ਉਹਨਾਂ ਦੀ ਸਾਹ ਦੇ ਵਿੱਚ, you know, ਉਹਨਾਂ ਦੀ ਸਾਹ ਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ, you need to ring 111. It's a service, it's there, it's available for you to use, and then we will assess and see if they need an ambulance. And sometimes ਕਿ ambulance ਦੇ ਸੱਦੀ ਵੀ ਕਈ ਵਾਰੀ ਉਹਨਾਂ ਨੇ ਤੁਹਾਨੂੰ ਲੈ ਕੇ ਵੀ ਨਹੀਂ ਜਾਣਾ ਕਿਉਂਕਿ ਤੁਹਾਡੇ symptoms ਦੇ ਮੁਤਾਬਿਕ ਉਹ ਤੁਹਾਨੂੰ worse ਵੀ ਨਹੀਂ ਕਰਾਉਣਾ ਚਾਹੁੰਦੇ। but ਜੇ ਤੁਹਾਨੂੰ ਨਹੀਂ ਸਾਹ ਆਉਂਦਾ ਤਾਂ ਤੁਹਾਡੇ ਜਿਹੜੇ ਆਕਸੀਜਨ ਲੈਵਲਸ ਜੇ ਉਹ low ਆ, ਜੇ ਲੋ ਜਾਂ ਫਿਰ ਤੁਹਾਨੂੰ ਹਸਪੀਟਲ ਜਾਣਾ ਪੈਂਦਾ ਆ। ਓਕੇ, ਐਂਡ ਇਹ ਬਹੁਤ ਜ਼ਰੂਰੀ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ what to do in these circumstances. It's very very important. ਜੇ ਤੁਹਾਡੇ ਫੈਮਿਲੀ ਵਿੱਚ ਕਿਸੇ ਬੰਦੇ ਨੂੰ ਤਾਪ ਜਾਂ ਖੰਘ ਹੋਵੇ ਜਾਂ ਸਾਹ ਦੀ ਪ੍ਰੋਬਲਮ ਹੋਵੇ, ਉਸ ਬੰਦੇ ਨੂੰ 7 ਦਿਨ ਘਰ ਰਹਿਣਾ ਚਾਹੀਦਾ ਆ। 7 days they should stay at home. Yet if there's other people in the house, ਜੇ ਹੋਰ ਵੀ ਬੰਦੇ ਹੁੰਦੇ ਆ, then ਉਹਨਾਂ ਨੂੰ 14 ਦਿਨ ਘਰ ਦੇ ਵਿੱਚ ਰਹਿਣਾ ਪੈਂਦਾ। ਓਕੇ, ਸੋ ਤੁਹਾਨੂੰ ਇਸ precautions ਦੇ ਬਹੁਤ ਹੀ ਜ਼ਰੂਰੀ ਆ। You have to listen to this. It's very very important. It's not a joke. It's very very important for you to follow. I'm telling you this and I'm saying it to the mainly Punjabi community and every community anyway, but I feel ਕਿ Punjabi community ਨੂੰ ਆਪਾਂ ਨੂੰ ਜ਼ਿਆਦਾ ਸਮਝਾਉਣਾ ਪੈਂਦਾ because ਕਈਆਂ ਨੂੰ English ਨਹੀਂ ਆਉਂਦੀ। We have to explain ਪੰਜਾਬੀ ਵਿੱਚ। ਜੇ ਤੁਸੀਂ ਘਰ ਵਿੱਚ ਬੈਠੇ ਆ, you have older people there, ਜੇ ਤੁਹਾਡੇ ਬਜ਼ੁਰਗ ਬੰਦੇ ਹੈਗੇ ਆ ਘਰ ਦੇ ਵਿੱਚ, ਮੈਂ ਤੁਹਾਨੂੰ ਕਹਿੰਦੀ ਆ ਉਹਨਾਂ ਨੂੰ ਸਮਝਾਓ, explain the virus। ਉਹਨਾਂ ਨੂੰ ਨਹੀਂ ਪਤਾ, you need to explain it nicely, break it down and explain what happens in this virus. Actually ਸੱਚੀ ਗੱਲ ਜਿਹੜੀ ਹੈਗੀ ਆ, ਸਾਨੂੰ ਪਤਾ ਹੀ ਨਹੀਂ ਕਿ ਹੁੰਦਾ ਕੀ ਆ। all we know ਕਿ ਇਸ ਵਾਇਰਸ ਦੇ ਵਿੱਚ ਤੁਹਾਨੂੰ ਖੰਘ ਆਉਂਦੀ ਆ, ਤੁਹਾਨੂੰ ਤਾਪ ਆਉਂਦਾ ਤੇ ਤੁਹਾਨੂੰ ਸਾਹ ਦੀ ਪ੍ਰੋਬਲਮ ਆ ਸਕਦੀ ਆ। okay, and that is really important. but ਕਈਆਂ ਨੂੰ ਸਿੰਪਟਮਸ ਵੀ ਨਹੀਂ ਹੁੰਦੇ ਤਾਂ ਉਹਨਾਂ ਕੋਲ ਵਾਇਰਸ ਹੈਗੇ ਆ। ਮੇਰੇ ਕੋਲ ਕਈ ਪੇਸ਼ੈਂਟ ਇੱਦਾਂ ਦੇ ਵੀ ਹੈਗੇ ਜੇ ਪੋਜ਼ਿਟਿਵ ਹੈਗੇ ਆ ਪਰ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਹੁੰਦੇ, ਕਈਆਂ ਨੂੰ ਹੁੰਦੇ ਆ। so we don't know, and ਇਸ ਚੀਜ਼ ਦਾ ਵੀ ਨਹੀਂ ਪਤਾ ਕਿ ਤੁਹਾਨੂੰ ਵਾਇਰਸ ਹੋ ਕੇ ਵੀ ਉਹ ਵਾਇਰਸ ਦੁਬਾਰਾ ਵੀ ਆ ਸਕਦੀ ਹੈ। ਹੁਣ ਜਿੱਦਾਂ ਫਲੂ ਆ, ਫਲੂ ਐਵਰੀ ਸਾਲ ਤੁਹਾਨੂੰ ਟੀਕਾ ਮਿਲਦਾ ਫਲੂ ਦਾ, you know ਕਿ ਉਹ ਵਾਇਰਸ ਦੁਬਾਰਾ ਹੋ ਸਕਦਾ। you can't control it. so at this moment in time we don't know actually what the outcome of this virus is at the moment. There are lots of studies going on, as we know, and lots of trials of medication, but it's just the only people that can help us at the moment is you. ਤੁਸੀਂ ਸਾਡੀ ਹੈਲਪ ਕਰ ਸਕਦੇ ਆ just by staying at home. Obviously dukh ta lagda hai when you see patients coming into hospital and their family can't be there. There's some older people, sade Punjabi community de vich vi bahut hunde a, and ਮੈਂ ਖੁਦ ਉਹਨਾਂ ਨੂੰ ਹੈਲਪ ਵੀ ਨਹੀਂ ਕਰ ਸਕਦੀ। all I can do is speak to them in Punjabi. ਮੈਂ ਉਹਨਾਂ ਨੂੰ ਪੰਜਾਬੀ ਵਿੱਚ ਸਮਝਾਉਂਦੀ ਆ ਕਿ ਮੈਂ ਹੈਗੀ ਆ ਤੁਹਾਡੇ ਕੋਲ, ਤੁਸੀਂ ਇਕੱਲੇ ਨਹੀਂ ਹੈਗੇ, and we're here with you. but ਮੇਰੇ ਲਈ ਫੇਰ ਵੀ ਉਹ ਔਖਾ ਹੈ, ਕੱਲ ਨੂੰ ਉਹ ਮੇਰੀ ਫੈਮਿਲੀ ਦਾ ਮੈਂਬਰ ਵੀ ਹੋ ਸਕਦਾ ਤੇ ਅਸੀਂ ਉਹਨਾਂ ਦੀ ਹੈਲਪ ਨਹੀਂ ਕਰ ਸਕਦੇ। It's really really distressing and it's really really hard to watch.
the other thing I was going to speak to you is ਘਰ ਦੇ ਵਿੱਚ, like I said, you can get anxiety, ਤੁਹਾਨੂੰ depression ਵੀ ਹੋ ਸਕਦਾ, ਪਰ ਇਹੋ ਚੀਜ਼ਾਂ ਤੁਹਾਨੂੰ ਲਈ ਬਹੁਤ ਹੀ strong ਰਹਿਣਾ ਪੈਣਾ ਘਰ ਦੇ ਵਿੱਚ, ਤੁਹਾਨੂੰ ਆਪਣਾ mind active ਰਹਿਣਾ ਪੈਣਾ, like I said to you before, ਕਿ ਤੁਸੀਂ cooking classes ਕਰ ਸਕਦੇ ਹੋ, ਤੁਸੀਂ YouTube ਦੇ ਉੱਤੇ ਜਾ ਕੇ yoga classes ਕਰ ਸਕਦੇ, exercise classes ਕਰ ਸਕਦੇ, ਜੋ hobby ਤੁਸੀਂ ਨਹੀਂ ਕਦੀ practice ਕਰ ਸਕਦੇ ਸੀ, ਤੁਹਾਨੂੰ ਹੁਣ time ਹੈਗਾ, practice ਕਰੋ, you know, I don't know, younger girls might want to practice makeup or hair, anything, just keep yourself very busy, especially ਜਿਹੜੇ ਸਾਡੇ ਬਜ਼ੁਰਗ ਲੋਕ ਆ, ਉਹਨਾਂ ਨੂੰ ਵੀ ਤੁਹਾਨੂੰ busy ਰੱਖਣਾ ਪੈਂਦਾ ਆ. There's many ways they can help out, you know, there's lots of people donating masks from home, obviously ਕਿ infection control ਵਾਸਤੇ ਕਈ nurses, doctors ਨਹੀਂ ਲੈਂਦੇ ਉਹ masks, ਪਰ ਕਈ community ਵਿੱਚ ਉਹਨਾਂ ਨੂੰ ਚਾਹੀਦੇ ਆ, ਜਿਹੜੇ carers ਹੈਗੇ ਆ community ਵਿੱਚ, ਉਹ ਵੀ ਜਾਂਦੇ ਆ ਘਰੋਂ ਘਰੀ ਮਰੀਜ਼ਾਂ ਨੂੰ ਦੇਖਣ ਨੂੰ, ਉਹਨਾਂ ਨੂੰ ਵੀ ਚਾਹੀਦੇ, so ਤੁਸੀਂ help ਬਹੁਤ ਕਰ ਸਕਦੇ ਆ, you know, you can make gowns and stuff, just to help out. There's lots of things that the older community can do at home, you know, think about the garden, maybe planting things and doing things that are natural, and just helping the mind to keep active. ਤੁਸੀਂ exercise ਕਰ ਸਕਦੇ, ਪਰ ਤੁਸੀਂ ਇੱਕ ਹੀ ਵਾਰੀ ਜਾ ਸਕਦੇ ਆ, please ਬਾਰ ਨਾ ਜਾਓ, ਮੈਂ ਤੁਹਾਨੂੰ ਸੱਚੀ ਕਹਿੰਦੀ ਆ, ਇਹ ਬਹੁਤ ਹੀ important ਆ. I don't want ਕਿ ਕੱਲ ਨੂੰ, you know, we have regrets in your families that, you know, I wish I never went out. The thing is, ਇਹ ਵਾਇਰਸ ਦਾ ਸਾਨੂੰ ਪਤਾ ਨਹੀਂ ਕਿ, you know, ਕਈਆਂ ਨੂੰ ਲੱਗਦਾ ਕਿ ਤੁਸੀਂ ਸਿਰਫ ਵਾਇਰਸ ਹਸਪੀਟਲ ਤੋਂ ਕੈਚ ਕਰ ਲੈਣਾ, that's not true. ਤੁਹਾਨੂੰ ਸਿਰਫ ਹਸਪੀਟਲ ਤੋਂ ਨਹੀਂ ਕੈਚ ਹੋਣਾ, ਤੁਸੀਂ ਟੈਸਕੋ ਜਾਂਦੇ ਆ, ਤੁਸੀਂ LD ਜਾਂਦੇ ਆ, ਤੁਸੀਂ ਲਿਡਲ ਜਾਂਦੇ ਆ, ਤੁਸੀਂ ਐਸਟਾ ਜਾਂਦੇ ਆ, Sainsbury's, Morrison's, wherever you go, you don't know where this virus is sitting, you don't know what you're touching, where this virus is sitting at all. I would suggest a lot of the trolleys and baskets, you know, a lot of grocery stores, they're having wipes for their baskets and trolleys, which is really, really good. But again, take your own precautions. ਤੁਸੀਂ glove ਪਾ ਕੇ ਜਾ ਸਕਦੇ ਆ, you know, ਹੱਥ ਜਾਣ ਤੋਂ ਪਹਿਲਾਂ ਵੀ ਧੋਵੋ ਤਾਂ ਆਉਣ ਤੋਂ ਬਾਅਦ ਵੀ ਧੋਵੋ, ਇਹ ਬਹੁਤ ਜ਼ਰੂਰੀ ਆ. ਤੁਸੀਂ ਖਾਣਾ ਵੀ ਆ, ਤੁਸੀਂ ਹੱਥ ਧੋਵੋ ਪਹਿਲਾਂ, ਬਾਅਦ ਵੀ ਹੱਥ ਧੋਵੋ. ਤੁਸੀਂ ਆਪਣੇ ਕੰਨਾਂ ਨੂੰ, ਨੱਕ ਨੂੰ, ਮੂੰਹ ਨੂੰ, ਅੱਖਾਂ ਨੂੰ just ਆਪਣੇ ਹੱਥ ਨਾ ਲਾਵੋ, because it just makes it worse. It's not really worth it. Obviously, like I said, it's a very, very hard virus. It's a lonely virus. ਇਹ ਬਿਮਾਰੀ ਬਹੁਤ ਹੀ lonely ਆ, ਤੇ ਤੁਸੀਂ ਖੁਦ ਆਪ ਦੇਖਿਆ ਹੋਇਆ ਨਿਊਜ਼ ਦੇ ਉੱਤੇ ਕਈ ਵਾਰੀ ਫਿਗਰਸ ਉੱਪਰ ਜਾਂਦੇ ਆ, ਥੱਲੇ ਜਾਂਦੇ. We don't know ਕਿ ਇਹ ਵਾਇਰਸ ਕਿੰਨਾ ਕੁ ਵੱਡਾ, ਕਿੰਨਾ ਕੁ ਟਾਈਮ ਹੋਰ ਲੱਗੂਗਾ. We don't know. Yeah, but like I said, ਇਹ ਜਿਹੜਾ ਮੌਕਾ ਮਿਲਿਆ ਹੋਇਆ ਤੁਹਾਨੂੰ ਘਰ ਵਿੱਚ ਬੈਠਣ ਦਾ, ਮੈਂ ਸੱਚੀ ਤੁਹਾਨੂੰ ਕਹਿੰਦੀ ਆ, ਇਹ ਬਹੁਤ ਵਧੀਆ ਮੌਕਾ ਆ. ਤੁਸੀਂ ਆਪਣੀ ਫੈਮਿਲੀ ਵਿੱਚ ਇੰਜੋਏ ਕਰੋ, family bonding, you know, do anything you can with your family, with your children, whoever it is. ਤੁਸੀਂ ਜਿਹਦੇ ਨਾਲ ਵੀ ਘਰ ਰਹਿੰਦੇ ਆ, ਜੇ ਤੁਸੀਂ ਇਕੱਲੇ ਵੀ ਰਹਿੰਦੇ ਆ, there's so many things you can do. ਤੁਸੀਂ YouTube ਦੇ ਉੱਤੇ ਜਾ ਸਕਦੇ, there's so much things on the internet that you can learn. ਆਪਣੇ ਆਪ ਨੂੰ ਕੋਈ music ਦਾ ਕੁਝ ਸਿੱਖ ਲਓ, anything, you know, pick an instrument, do something that's really interesting, I don't know, dance or whatever it is. There's lots of online classes you can do. You know, read a book, start reading, and just try your best to just, you know, keep your mind active at home. It's just really, really important. The reason why I'm here again is just to basically say, I really want you guys to stay at home as much as you can. Please don't go out unnecessarily. There's no need. If I could stay at home, ਜੇ ਮੇਰਾ ਵਸ ਹੁੰਦਾ, ਮੈਂ ਵੀ ਆਪਣੇ ਘਰ ਵਿੱਚ ਬੈਠੀ ਹੁੰਦੀ. I would love to stay at home with my husband and just do nothing and just enjoy the time we have. But ਮੇਰਾ ਕੰਮ ਹੀ ਇਦਾਂ ਦਾ ਆ ਕਿ ਮੈਨੂੰ ਬਾਹਰ ਜਾਣਾ ਪੈਂਦਾ ਆ. I can't help this. This is my job, and I can't run away from it. But you guys are so lucky. If you've got a chance to stay at home, you're working from home, you've had the option, just please stay at home. Shortly I'll be showing you a video of hand washing, and I hope that helps. And everything, but like I said, if you need anything, you've got the 111 service. ਤੁਸੀਂ 111 ਨੂੰ ਫੋਨ ਕਰ ਸਕਦੇ ਹੋ, or different languages which we ਤੁਹਾਡੇ ਲਈ translate ਕਰਦੇ ਆ. And I hope this helps. Hijab, once again, thanks for putting me on this show. And I'm really happy to be here, and I hope the Punjabi community really understand the severity of this. It's very, very important. It doesn't mean that ek din, you know, figures, you know, are less for the number of deaths for the dunya de vich vi, ja thodi country vich eh nahi hunda ke thode numbers less ho gaye, death rate less ho gaya, ke eh bimari serious nahi hai. Take it seriously. It is very important. And that's all I'm here to say. Obviously, if there's any questions, you can always pop them through to Hijab. Follow him on Facebook, and I can hopefully try and answer what I can. As I said, I'm a nurse. I'm no expert in
coronavirus. I'm just here to make you aware and to make you realize the severity of it, and just to learn that there's lots and lots of other things that you can do. This is really, really important, and please listen to the advice that's been given. Thank you once again, and just hopefully stay at home and just encourage that within your families. You can use Zoom. Zoom is an app that you can do video calls on. Download the app. ਤੁਸੀਂ ਇੱਕ ਦੂਜੇ ਨੂੰ family ਨੂੰ video call ਵਿੱਚੋਂ ਦੇਖ ਸਕਦੇ ਆ. I know it's hard, but it's better than nothing. You can ring them. There's lots of other things you can do. I know it's very difficult not to see your family for so long, especially if you're so far from them or your children, but this is the only way you can do it. If you want to save them and save yourself, you need to follow the rules. Shortly I'll be showing you a video on hand washing, and just obviously if you need to show anyone at home, please just re-encourage them to do that. Thanks once again, Hijab, and everybody stay at home, save lives.